ਜਿੱਥੇ ਸਰਦਾਰ ਗੁਰਬਚਨ ਸਿੰਘ ਬਾਜਵਾ ਦਾ ਪਿੰਡ ਸੀ ਔਰ ਉਹ ਉਹਨਾਂ ਜ਼ਮਾਨਿਆਂ ਦੇ ਪੋਲੀਟੀਕਲ ਹਸਤੀ ਮੰਨੇ ਜਾਂਦੇ ਉਸ ਏਰੀਏ ਦੇ, ਜਿਨ੍ਹਾਂ ਦੇ ਫਰਜ਼ੰਦ ਤ੍ਰਿਪਤ ਰਜਿੰਦਰ ਬਾਜਵਾ ਜਿਹੜੇ ਇੱਥੇ ਕਾਦੀਆਂ ਬੈਠੇ ਦੇ ਨੇ, ਹੁਣ ਵਜ਼ੀਰ ਵੀ ਨੇ, ਇਹ ਉਹਨਾਂ ਦੇ ਫਰਜ਼ੰਦ ਨੇ। ਅੱਛਾ ਜੀ। ਇਹ ਅਸੀਂ ਇਹਨਾਂ ਦੇ ਘਰ ਇਕੱਠੇ ਹੋਏ ਬੰਦੇ ਜਿਹੜੇ ਉੱਥੋਂ ਰਹਿਬ ਤੋਂ ਨਿਕਲੇ ਸੀ। ਉਹ ਟਰੱਕ ਦੇ ਨਾਲ ਅਸੀਂ ਪੈਦਲ ਬੇਲੇ ਦੇ ਵਿੱਚੋਂ ਦੀ ਲੰਘ ਕੇ ਨਾ ਕੰਢੇ ਕੰਢੇ ਦਰਿਆ ਤੇ ਡੇਰੇ ਵਾਲੇ ਪੁਲ ਤੇ ਜਾਣਾ ਸੀ। ਅੱਛਾ ਜੀ। ਚਨਾਚੇ ਅਸੀਂ ਜਨਾਬ ਉਹ ਸਰਕੜਾ ਜੀ ਉੱਚਾ ਸਰਕੜਾ, ਉਹ ਇਸ ਤਰ੍ਹਾਂ ਵੱਜਦਾ ਸੀ ਜਿਵੇਂ ਤਲਵਾਰ ਵੱਜਦੀ ਹੈ, ਚੀਰ ਪਾ ਦਿੰਦਾ ਸੀ। ਤੇ ਪੱਛ ਲਾਉਂਦੇ ਆ ਜਿਵੇਂ ਬਾਹਾਂ ਨੰਗਿਆਂ ਦੇ ਕੰਨਾਂ ਤੇ, ਇੰਨੀ ਉਹ ਦਰਦ ਹੁੰਦੀ ਹੈ ਨਾ, ਜਿੰਨੇ ਉਹ ਭੁਗਤਿਆ ਦਾ ਨਾ ਆਜ਼ਾਦੀ ਦੀ ਕੀਮਤ ਜਿਹਨੇ ਚੁਕਾਈ ਦੀ ਹੈ ਉਸ ਤਰ੍ਹਾਂ ਦੀ ਇਹ ਉਹਨੂੰ ਪਤਾ ਹੈ ਕਿ ਉਹ ਕਿਸ ਗੁਨਾਹ ਦੀ ਸਜ਼ਾ ਸੀ। ਮੈਨੂੰ ਦੱਸਿਆ ਜਾਏ ਇਹ ਜਿਹੜੀ ਆਜ਼ਾਦੀ ਦਾ ਹੁਣ ਮਜ਼ਾ ਮਾਰ ਰਹੇ, ਮਿਨਿਸਟਰ ਬਣ ਗਿਆ, ਕੋਈ ਗਵਰਨਰ ਬਣ ਗਿਆ, ਜਿਨ੍ਹਾਂ ਨੇ 10 ਲੱਖ ਬੰਦਾ ਹਿੰਦੂ ਮੁਸਲਮਾਨ ਜਿਹੜਾ ਕਤਲ ਹੋ ਗਿਆ ਸੀ ਉਸ ਵੇਲੇ, ਔਰ ਉਹਨਾਂ ਦੇ ਵਿੱਚੋਂ ਜਿਹੜੇ ਸਫਰਰ ਸੀ ਕੋਈ ਬਚ ਕੇ ਨਿਕਲੇ, ਜਿਨ੍ਹਾਂ ਵਿੱਚੋਂ ਇੱਕ ਮੈਂ ਵੀ। ਪਹਿਲਾ ਜਿਹੜਾ ਦਿਲ ਖਰਾਸ਼ ਵਾਕਿਆ ਜਿਹੜਾ ਕਿ ਮੈਨੂੰ ਅੱਜ ਤੱਕ ਮੇਰੇ ਜ਼ਿਹਨ ਨੇ ਕਦੀ ਵੀ ਜਦੋਂ ਵਾਕਿਆ ਯਾਦ ਆਉਂਦਾ ਰੂਹ ਕੰਬਦੀ ਹੈ। ਇੱਕ ਬੱਚਾ ਜਿਹਦਾ ਨਹਾਇਤ ਖੂਬਸੂਰਤ ਛੋਟੀ ਜਿਹੀ ਉਮਰ ਦਾ, ਕੋਈ ਭੁੱਖਾ ਪਾਣਾ, ਕੋਈ ਉਹਨੂੰ ਨਹੀਂ ਫੜ ਰਿਹਾ ਵੀ। ਤੇ ਨਾ ਇੰਨੇ ਚਿਰ ਦੇ ਵਿੱਚੋਂ ਇੱਕ ਬੰਦਾ ਆ, ਉਹ ਕਹਿੰਦਾ ਆ ਅਜਾਣਾ, ਹੁਣ ਉਹ ਪਤਾ ਨਹੀਂ ਇਹ ਮੁਸਲਮਾਨ ਦਾ ਬੱਚਾ ਹੈ ਕਿ ਹਿੰਦੂ ਦਾ ਬੱਚਾ ਹੈ। ਤੇ ਉਹ ਇੱਕ ਜਣਾ ਆਇਆ, ਉਹ ਸ਼ਦਾਈ ਹੁੰਦੇ ਨੇ ਵਿੱਚ, ਉਹ ਕਹਿੰਦਾ ਇਹਨੂੰ ਫੜ ਕੇ ਉਹ ਦਰਿਆ 'ਚ ਸੁੱਟੋ, ਮਾਂ ਜਾਂ ਨਾ ਇੱਧਰ ਜੋਗਾ ਨਾ ਉੱਧਰ ਜੋਗਾ, ਇੱਥੇ ਜੋ ਵਿਲਕਦਾ ਪਿਆ ਉੱਥੇ ਇਹਨੂੰ ਦਰਿਆ ਬੁਰਦ ਕਰ ਦੋ। ਜਾਂਦੇ ਆ, ਕਰਦੇ ਆ ਪੂਜਾ ਕਰਦੇ ਆ, ਉਹਦੀ ਵਹੁਟੀ ਨੂੰ ਮੈਂ ਦੇਵੀ ਤੋਂ ਵੀ ਵੱਧ ਦਰਜਾ ਦੇਣਾ। ਉਸ ਔਰਤ ਨੇ ਮੱਥੇ ਤੇ ਕੋਈ ਸ਼ਿਕਨ ਨਹੀਂ ਪਾਈ ਕਿ ਇਹ ਕਿੱਥੋਂ 4-5 ਜਣੇ ਲੈ ਕੇ ਆ ਗਿਆ ਮਾਸਟਰ, ਅੱਗੋਂ ਬਾਰਿਸ਼ਾਂ ਦੇ ਦਿਨ ਨੇ, ਬਾਲਣ ਗਿੱਲਾ ਵੈਸ, ਰੋਟੀ ਪਕਣੀ ਔਖੀ ਹੈ। ਉਹਨੇ ਵਿਚਾਰੇ ਨੇ ਉਹ ਕਹਿੰਦਾ ਲੈ ਵੀ ਇਹ ਬੱਚੇ ਆਏ ਨੇ, ਇਹਨਾਂ ਨੂੰ ਤੂੰ ਇੰਝ ਕਰ ਪਹਿਲਾਂ ਤੇ ਆਟਾ ਗੁੰਨ ਛੱਡ। ਇੱਕ ਇੰਪੈਕਟ ਮੇਰੇ ਜ਼ਿਹਨ 'ਚ ਉਸ ਔਰਤ ਦੇ ਵਿੱਚ ਮਹਾਨਤਾ ਦਾ ਅਜੇ ਤੱਕ ਅਮਿਟ ਹੈ ਕਿ ਐਸੀ ਅੱਜ ਕੱਲ੍ਹ ਦੀ ਕਿਸੇ ਔਰਤ ਦੇ ਘਰ ਪ੍ਰਾਹੁਣਾ ਚਲਾ ਜੇ ਉਹਨੂੰ ਤਾਪ ਚੜ ਜਾਂਦਾ, ਭਾਵੇਂ ਕਿੰਨਾ ਕਰੀਬੀ ਰਿਸ਼ਤੇਦਾਰੀ ਹੋਏ, ਔਰ ਅਸੀਂ ਬਿਲਕੁਲ ਟੋਟਲੀ ਅਜਨਬੀ, ਲੇਕਿਨ ਉਹਨੇ ਸਾਡੀ ਇੰਨੀ ਸੇਵਾ ਕੀਤੀ ਵਿਚ ਆਈ ਕੈਨ ਨੈਵਰ ਫਰਗੇਟ ਇਨ ਮਾਈ ਲਾਈਫ। ਉਹਨੇ ਉਹ ਦਰਾਟ ਕੱਢਿਆ ਤੇ ਉਹ ਮਾਰਨ ਲੱਗਿਆ। ਉਦੋਂ ਬਾਅਦ ਦੂਜਾ ਉਹਦਾ ਸਾਥੀ ਆ ਗਿਆ, ਉਹ ਕਹਿੰਦਾ ਠਹਿਰ ਜਾ, ਹੈਂ ਕੀ ਕਰਨ ਲੱਗਾ? ਉਹ ਕਹਿੰਦਾ ਯਾਰ ਐਵੇਂ ਇਹਦਾ ਸਾਹ ਨਹੀਂ ਨਿਕਲ ਰਿਹਾ, ਨਾ ਉਧਰ ਜੋਗੀ ਨਾ ਉਧਰ ਜੋਗੀ, ਮੈਂ ਕਿਹਾ ਇਹਨੂੰ ਪਾਰ ਹੀ ਕਰ ਦਿਆਂ। ਕਹਿੰਦਾ ਇਹਦੇ ਦਰਾਟ ਨਾਲ ਇਹ ਕਿੱਥੋਂ ਪਾਰ ਹੋਣੀ ਆ? ਉਹਨੇ ਆਪਣੀ ਉਹ ਕਿਰਪਾਨ ਕੱਢੀ, ਖਿੱਚੀ ਮਿਆਨ ਜੋ, ਖਿੱਚ ਕੇ ਮਾਰੀ ਉਹਦੇ ਵਿਚਾਰੀ ਦੇ ਅੱਛਾ ਜੀ ਤਲਵਾਰ, ਜਿਹੜੇ ਮੁਸਲਮਾਨ ਨਹੀਂ ਸੀਗੇ ਬੈਠੇ, ਮੁਸਲਮਾਨੀ ਬੈਠੇ, ਉਹ ਤਲਵਾਰ ਮਾਰੀ। ਮੈਨੂੰ ਬੜਾ ਗੁੱਸਾ ਚੜਿਆ, ਮੈਂ ਬੱਚਾ ਸੀ, ਘਰ ਕੁਝ ਨਹੀਂ ਸਕਦਾ, ਤਲਵਾਰ ਮੈਂ ਉਹਨੇ ਜਿਸਲੇ ਮਾਰੀ ਨਾ ਇੰਝ ਖਿੱਚੀ ਤੇ ਉਹ ਲਹੂ ਲਹਾਨ, ਉਹਨੇ ਉਹ ਤਲਵਾਰ ਜਿਹੜੀ ਹੈ ਉਹ ਉਹਨੂੰ ਜ਼ਮੀਨ ਸੀ ਗਿੱਲੀ, ਇੰਝ ਜ਼ਮੀਨ ਦੇ ਵਿੱਚ ਧੱਸ ਦਿੱਤਾ ਤੇ ਉਹ ਖੂਨ ਜਿਹੜਾ ਸੀ ਉੱਤੋਂ ਲੱਗ ਗਿਆ। ਇਹ ਸਰਹੱਦ ਕੀ ਇੱਕ ਲਕੀਰ ਜੁਦਾ ਕਰ ਗਈ, ਜਿਸੇ सरहद की एक लकीर जुदा कर गई, जिसे मेरा ही हम वतन वो मेरा हम जुबान था। जिन्ना पाकिस्तान दे लोग ने इन्हां नूं सिर्फ एक वाघा दी बार्डर ही है तकसीम करदा, वो साडी जुबान इको है, साडा वतन हिंदुस्तान पहला सी, ये एक सी कि अर्ज कीता है कि जिसको अल्लाह की हस्ती पे यकीन हो जाए, जिसको अल्लाह की हस्ती पे यकीन हो जाए, ऐन मुमकिन है कि पत्थर से नगी हो जाए, ऐन मुमकिन है कि पत्थर से नगी हो जाए, और वो मेरे दीदाओ दिल के जो करीं हो जाए, करीना मतलब नजदीक, वो मेरे दीदाओ दिल के जो करीं हो जाए, जिंदगी और हंसी हो जाए कि तेरे अशार से है रश्क, मेरा तखल्लुस है रश्क, तेरे अशार से है रश्क, मोहब्बत है आया। पता लगता है कि मोहब्बत का कोई जरूर है। तेरे अशार से है रश्क, मोहब्बत है आया,
तुझको सौदाए मोहब्बत न कहीं हो जाए, कभी सुदाई ना हो जाए इसमें। तुझको सौदाए मोहब्बत न कहीं हो जाए, और हम किसी और को तकते ही नहीं हैं, वरना एक नजर देख लें जिसको वो हंसी हो जाए। ਅੱਛਾ ਬਾਬਾ ਜੀ, ਜਦੋਂ ਪਰਿਵਾਰ ਨੂੰ ਫਿਰ ਕਿੱਦਾਂ ਪਤਾ ਲੱਗਾ ਵੀ ਸਾਨੂੰ ਹੁਣ ਆਹ ਜਿਹੜਾ ਆਪਣਾ ਜੰਮਣ ਭੋਏ ਆ ਨਾ ਹੁਣ ਛੱਡਣੀ ਪੈਣੀ ਆ? ਇਹ ਤੁਹਾਡਾ ਸਵਾਲ ਜਿਹੜਾ ਨਾ, ਇਹ ਬਹੁਤ ਸਾਰੀਆਂ ਦਿਲਖਰਾਸ਼ ਯਾਦਾਂ ਨੂੰ ਝੰਜੋੜ ਦਿੰਦਾ। ਮੈਂ ਤੁਹਾਨੂੰ ਸਾਫ਼ ਦੱਸਦਾ, ਭਾਵੇਂ ਮੈਂ ਉਸ ਵੇਲੇ 11-12 ਸਾਲ ਦੀ ਉਮਰ ਦਾ ਸਾਂ, ਲੇਕਿਨ ਅੱਜ ਤੱਕ ਪਾਰਟੀਸ਼ਨ ਦਾ ਜਿਹੜਾ ਆਫਟਰਮਾਥ ਕਹਿੰਦੇ ਆ ਜਾਂ ਜਿਹਦਾ ਬਾਅਦ ਦਾ ਅਸਰ ਹੁੰਦਾ, ਉਹ ਅਜੇ ਤੱਕ ਮੇਰੇ ਜ਼ਿਹਨ ਤੋਂ ਨਹੀਂ ਗਿਆ, ਕਿਉਂਕਿ ਮੈਂ ਉਹ ਸਾਰੇ ਹਾਲਾਤ ਆਪਣੇ ਆਪਣੀ ਅੱਖੀਂ ਵੇਖੇ ਸੀ। ਉਹ ਇਸ ਤਰ੍ਹਾਂ ਹੋਇਆ ਤੁਹਾਡੇ ਸਵਾਲ ਦੇ ਜਵਾਬ ਦੇ ਵਿੱਚ ਕਿ ਮੇਰੇ ਫਾਦਰ ਬਾਹਰੋਂ ਕਦੋਂ ਆਏ ਅਤੇ ਬੜੇ ਨਾ, ਜਿਸ ਤਰ੍ਹਾਂ ਬੰਦਾ ਵਰੀਡ ਜਿਹਾ ਹੁੰਦਾ ਬਹੁਤ ਹੀ ਕਾਹਲੀ ਦੇ ਵਿੱਚ, ਅਤੇ ਆ ਕੇ ਮੇਰੀ ਮਦਰ ਨੂੰ ਕਹਿੰਦੇ ਨੇ ਬਈ ਉਹ ਨਿਆਣੇ ਕਿੱਥੇ ਨੇ, ਉਹ ਫਲਾਣਾ ਕਿੱਥੇ ਆ, ਢੀਂਗੜਾ ਕਿੱਥੇ। ਉਹ ਕਹਿੰਦੇ ਕੀ ਗੱਲ ਹੈ ਤੁਸੀਂ ਘਾਬਰੇ ਜਿਹੇ ਬੜੇ ਹੋ। ਕਹਿੰਦਾ ਵੀ ਗੱਲ ਹੀ ਇਹੋ ਜਿਹੀ ਹੈ, ਤੂੰ ਇੰਝ ਕਰ, ਮੇਰੇ ਕੋਲ ਗੱਲਾਂ ਦਾ ਵਕਤ ਨਹੀਂ ਹੈ, ਪਹਿਲਾਂ ਤਾਂ ਇੱਕ ਉਹ ਲਿਆ ਚਾਦਰ ਲਿਆ। ਉਹਨਾਂ ਨੇ ਚਾਦਰ ਲਿਆ ਕੇ ਦੇ ਦਿੱਤੀ, ਕੀ ਕਰਨੀ ਹੈ ਉਹ ਤੂੰ, ਮੈਂ ਜੋ ਕਹਿਣਾ ਕਰੀ ਜਾ। ਸਾਡੀ ਮਦਰ ਹੁੰਦੀਆਂ ਨੇ ਨਾ ਘਰਾਂ ਦੇ ਵਿੱਚ ਬੰਦੇ ਡੋਮੀਨੇਟ ਕਰਦੇ ਨੇ, ਉਹ ਵਿਚਾਰੀ ਸਹਿਮ ਗਈ, ਪਤਾ ਨਹੀਂ ਕੀ ਗੱਲ ਹੈ। ਉਹਨਾਂ ਨੇ ਇੱਕ ਚਾਦਰ ਲਿਆ ਕੇ ਦਿੱਤੀ, ਉਹ ਉਹਨਾਂ ਨੇ ਨਾ ਆਪਣੇ ਢਿੱਡ ਦੇ ਇਰਦ ਗਿਰਦ ਚੰਗੀ ਤਰ੍ਹਾਂ ਘੁੱਟ ਕੇ ਬੰਨ੍ਹ ਲਈ, ਅਤੇ ਮੈਂ ਖੜਾ ਦੇਖ ਰਿਹਾ ਵੀ ਇਹ ਕੀ ਕਰ ਰਹੇ ਨੇ। ਅੱਛਾ, ਉਸ ਤੋਂ ਬਾਅਦ ਕਹਿੰਦੇ ਨੇ ਉਹ ਕਿੱਥੇ ਆ, ਉਹ ਜਿਹੜੀ ਮੈਂ ਉਹ ਤਲਵਾਰ ਹੈ ਮੇਰੀ ਰੱਖੀ ਦੀ, ਕਦੀ ਵਰਤੀ ਨਹੀਂ, ਕਦੀ ਵਾਸਤਾ ਨਹੀਂ, ਕਹਿੰਦੀ ਉਹ ਤਾਂ ਫਿਰ ਦੂਜੇ ਕਮਰੇ ਪਈ ਪਰਛੱਤੀ ਦੇ ਉੱਤੇ। ਉਹ ਕਹਿੰਦੇ ਤੁਸੀਂ ਚੀਜ਼ ਜਿਹੜੀ ਚਾਹੀਦੀ ਉਹਨੂੰ ਨੇੜੇ ਰੱਖੀ ਦਾ, ਪਰਛੱਤੀ 'ਤੇ ਜਾ ਕੇ ਰੱਖੀ ਆ। ਉਹ ਦੂਜੇ ਮੁੰਡੇ ਨੂੰ ਆਵਾਜ਼ ਮਾਰੀ, ਜਾ ਪਰਛੱਤੀ ਤੋਂ ਉਹ ਕਿਰਪਾਨ ਲੈ ਕੇ ਆ। ਕਿਰਪਾਨ ਲਿਆ ਕੇ ਉਹਨੇ ਦੇਸੀ ਮਿੱਟੀ ਲੱਗੀ ਦੀ, ਉਹ ਕਿਰਪਾਨ ਕੱਢੀ ਸਾਫ਼ ਸੁਥ ਕਰਕੇ, ਉਹ ਜਿਹੜਾ ਉਹ ਲੱਕ ਨਾਲ ਬੱਧਾ ਸੀ ਨਾ, ਉਹਦੇ ਵਿੱਚ ਉਹ ਕਿਰਪਾਨ ਇੰਝ ਕਰਕੇ ਤੁੰਨ ਲਈ। ਜਵਾਨ ਬੜੇ ਸੀ ਇਹਨਾਂ ਬੱਚਿਆਂ ਨੇ ਜਿਹੜੇ ਤੁਹਾਡੇ ਕੋਲ ਸਾਹਮਣੇ ਬੈਠੇ ਆ, ਇਹਨਾਂ ਨੇ ਉਹਨਾਂ ਨੂੰ ਇੱਥੇ ਵੀ ਦੇਖਿਆ। ਅੱਛਾ ਜੀ। ਉਹ 92 ਸਾਲ ਦੀ 91 ਸਾਲ ਦੀ ਏਜ ਉਹਨਾਂ ਦੀ ਡੈਥ ਹੋਈ ਸੀ। ਵਰਜ਼ਸ਼ੀ ਜਿਸਮ ਉਹਨਾਂ ਦਾ, ਅਤੇ ਖੂਬ ਗੋਰੇ ਚਿੱਟੇ ਸਾਫ਼ ਸੁਥਰੇ ਅਤੇ ਸਿਹਤਮੰਦ ਸਨ। ਅਤੇ ਉਸ ਜ਼ਮਾਨੇ ਜੇ ਤੇ ਉਹ ਬਿਲਕੁਲ ਯੰਗ ਸਨ। ਅਤੇ ਉਹਨਾਂ ਨੇ ਕਿਹਾ, ਕਹਿੰਦੇ ਵੀ ਗੱਲ ਕੀ ਆ? ਉਹ ਕਹਿੰਦੇ ਹੌਲੀ ਬੋਲ, ਉਹ ਫਲਾਣੇ ਮੰਤਾ ਮਹੱਲਾ ਹੈ ਉੱਥੇ, ਇੱਕ ਨਾਰੋਵਾਲ, ਇੱਕ ਮੰਤਾ ਮਹੱਲਾ ਹੈ, ਇੱਕ ਭੂਤਨਪੁਰਾ ਮਹੱਲਾ ਹੈ, ਦੋ ਮਹੱਲੇ ਨੇ ਜਿੱਥੇ ਹਿੰਦੂ ਆਬਾਦੀ ਜ਼ਿਆਦਾ। ਕੋਜਿਆਂ ਮਹੱਲਾ ਵਾ ਉੱਥੇ ਮੁਸਲਮਾਨ ਜ਼ਿਆਦਾ ਹੈ। ਫਲਾਣਾ ਮਹੱਲਾ ਉੱਥੇ ਹੈ, ਉੱਥੇ ਹਿੰਦੂ ਮੁਸਲਮਾਨ ਦਾ ਫਸਾਦ ਸ਼ੁਰੂ ਹੋ ਗਿਆ। ਕੁਛ ਮੁਸਲਮਾਨਾਂ ਦਾ ਜੱਥਾ ਪਿਆ, ਉਹ ਹਿੰਦੂਆਂ ਦੇ ਘਰਾਂ ਨੂੰ ਲੁੱਟ ਰਹੇ ਸੀ, ਅਤੇ ਉਹ ਵਿਚਾਰੇ ਉਹ ਉੱਥੋਂ ਨਾ ਖਿਸਕ ਰਹੇ ਨੇ, ਨਿਕਲ ਰਹੇ ਨੇ, ਅਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਤੁਸੀਂ ਬ੍ਰਹਮਪੁਰੇ ਵਾਲੇ ਹੋ, ਤੁਸੀਂ ਵੀ ਇੱਥੋਂ ਨਿਕਲਣ ਦੀ ਗੱਲ ਕਰੋ, ਨਹੀਂ ਤਾਂ ਮਾਰੇ ਜਾਓਗੇ। ਉਹਨਾਂ ਕੋਲ ਤਾਂ ਛਵੀਆਂ ਨੇ, ਕੁਹਾੜੀਆਂ ਨੇ ਅਤੇ ਬਰਛੇ ਨੇ, ਅਤੇ ਉਹ ਜਾਂਦੇ ਨੇ, ਹੈ ਉਹ ਨਾਰੋਵਾਲ ਦੇ ਬੰਦੇ ਨਹੀਂ ਹੈ, ਉਹ ਲਾਗੇ ਪਿੰਡਾਂ ਦੇ ਜੇ ਕਮੀਨ ਜਿਹੜੇ ਮਾੜੇ ਕਿੰਨੇ ਭੁੱਖੇ ਨੰਗੇ, ਉਹ ਨਾ ਉਸ ਵੇਲੇ ਭਲਵਾਨ ਬਣੇ ਦੇ ਹੁੰਦੇ ਆ, ਅੱਗੇ ਲੱਗ ਕੇ ਹਾਂਜੀ ਉਹ ਲੁੱਟਮਾਰ ਕਰਦੇ ਆ, ਅਤੇ ਜਿਹੜਾ ਕੋਈ ਅੱਗੇ ਆ ਗਿਆ ਨਹਾਤਾ ਉਹਨੂੰ ਕਿਸੇ ਨੂੰ ਬੱਛਾ ਮਾਰਦੇ, ਕਿਸੇ ਨੂੰ ਤਲਵਾਰ ਕੱਢ ਮਾਰ, ਉਹ ਬਾਕੀ ਦੇ ਡਰਦੇ ਜਿਹੜੇ ਉਹ ਦੌੜ ਜਾਂਦੇ ਆ। ਅਤੇ ਉਹ ਕਹਿੰਦੇ ਇਹੋ ਜਿਹੀ ਹਾਲਤ ਹੈ, ਅਤੇ ਇਹਦੇ ਵਿੱਚੋਂ ਸਾਨੂੰ ਨਿਕਲਣਾ, ਮੈਨੂੰ ਆਪਣਿਆਂ ਨਹੀਂ ਫਿਕਰ, ਮੈਨੂੰ ਆ ਬੱਚਿਆਂ ਦਾ ਫਿਕਰ ਹੈ ਵੀ ਇਹ ਨਾ ਕੋਈ ਇਹਨਾਂ ਨੂੰ ਮਾਰ ਜਾਏ। ਅਤੇ ਉਹ ਕਹਿੰਦੀ ਫੇਰ ਕਹਿੰਦੀ ਇਸ ਤਰ੍ਹਾਂ ਕਰ, ਤੂੰ ਫਟਾਫਟ ਕਰ, ਇਹਨਾਂ ਨੂੰ ਬੱਚਿਆਂ ਨੂੰ ਇਕੱਠਿਆ ਕਰ। ਮੈਂ ਮੇਰੇ ਵਾਲਿਦ ਸਾਹਿਬ ਜਦੋਂ ਇਹ ਪਾਰਟੀਸ਼ਨ ਦਾ ਪਹਿਲਾ ਦਿਨ ਹੈ ਅਜੇ, ਅਤੇ 47 ਦੀ ਗੱਲ ਹੈ, ਹਾਂਜੀ, ਤਕਰੀਬਨ 14 ਕਿ 15 ਅਗਸਤ ਦੀ, ਜਿੱਦਣ ਆਜ਼ਾਦੀ ਡਿਕਲੇਅਰ ਹੋ ਗਈ ਹੈ, ਉਸ ਤੋਂ ਬਾਅਦ ਇੱਕ ਦਿਨ ਦੀ ਗੱਲ ਹੈ। 14 ਤਰੀਕ ਨੂੰ ਪਾਕਿਸਤਾਨ ਦੀ ਹੋਈ ਹੈ ਨਾ ਜੀ, 14 ਨੂੰ ਹੁੰਦਾ ਅਤੇ 15 ਨੂੰ ਇੰਡੀਆ ਦੀ। ਹਾਂਜੀ, ਅਤੇ ਲੇਕਿਨ ਉਦੋਂ ਤੱਕ ਲੋਕਾਂ ਨੂੰ ਇਹੋ ਹੀ ਸੀ ਕਿ ਵੀ ਟੈਂਪਰੇਰੀਲੀ ਇੱਥੋਂ ਇਹਨਾਂ ਘਰਾਂ 'ਚੋਂ ਨਿਕਲਣਾ, ਕੌਣ ਸਦੀਆਂ ਤੋਂ ਰਹਿ ਰਹੇ ਪਿੰਡ ਛੱਡ ਕੇ ਜਾਂ ਘਰ ਛੱਡ ਕੇ ਜਾਂਦਾ। ਇਸ ਕਰਕੇ ਸਮਾਨ ਜਿੱਥੇ ਪਿਆ, ਕਿਸੇ ਨੂੰ ਕੋਈ ਛੱਡ ਦੇ, ਤਾਲਾ ਮਾਰ ਅਤੇ ਮੇਰੇ ਨਾਲ ਚੱਲੋ, ਅਤੇ ਦੁਬਾਰਾ ਅਸੀਂ ਆ ਹੀ ਜਾਣਾ ਕਰੇ ਨਾ। ਅਤੇ ਮੇਰੀ ਮਦਰ ਕਹਿੰਦੀ ਹੈ, ਅਤੇ ਮੇਰੇ ਉਹ ਜਿਹੜੇ ਟੁੰਬਾਂ ਨੇ ਉਹ ਤਾਂ ਡੱਬੀ ਦੀਆਂ ਨੇ, ਅਤੇ ਉਹ ਤਾਂ ਕੱਢ ਲਈਏ। ਉਹ ਉਹਨੂੰ ਗੁੱਸੇ 'ਚ ਬੋਲੇ,
ਕਹਿੰਦੇ ਆ ਤੈਨੂੰ ਟੂੰਬਾਂ ਦੀ ਪਈ ਹੈ। ਉਹ ਬੱਚੇ ਮਰਵਾਣੇ ਨਹੀਂ, ਗਾਲ ਕੱਢ ਕੇ ਕਹਿੰਦੇ ਛੇਤੀ ਕਰ, ਭਾਂਡੇ ਸਾਰੇ ਜਿਹੜੇ ਉਹ ਖੂਹੀ ਸੀ ਸਾਡੇ ਘਰ ਦੇ ਵਿੱਚ ਲੱਗੀ ਨਹਾਉਣਾ, ਇੱਕ ਪਾਸੇ ਹਵੇਲੀ 'ਚ ਖੂਹੀ ਤੇ ਖੂਹੀ ਦੇ ਵਿੱਚ ਨਾਲ ਸੁੱਟ ਕੇ ਨਲਕਾ ਲਾਇਆ ਦਾ ਸੀ। ਕਹਿੰਦੇ ਉਹ ਸਾਰੇ ਭਾਂਡੇ ਉਹਦੇ 'ਚ ਬੋਰੀ 'ਚ ਪਾ ਕੇ ਖੂਹੀ 'ਚ ਸੁੱਟ ਦੇ ਹਾਂਜੀ, ਤੇ ਬਾਕੀ ਜਾ ਕੇ ਤੇਰੇ ਦੇਵਰ ਉਹ ਨੱਪੇ ਦੇ, ਕੋਈ ਨਹੀਂ ਮੈਂ ਆਵਾਂਗਾ ਤੇ ਲੈ ਜਾਵਾਂਗਾ ਤੇ ਤੂੰ ਇਹਨਾਂ ਨੂੰ ਤੋੜ। ਉਹ ਕਹਿੰਦੀ ਹੈ ਵੀ ਹੁਣ ਮੇਰਾ ਉੱਥੇ ਆ ਪਿਆ ਵਾ ਇਹ, ਉਹ ਕਹਿੰਦੇ ਖਸਮਾਂ ਨੂੰ ਖਾ, ਮੁੰਡਿਆਂ ਨੂੰ ਲੈ ਕੇ ਨਾ ਉਹ ਕਹਿੰਦੇ ਤੁਸੀਂ ਤਾਂ ਨਿਕਲੋ। ਹਾਂ ਓਏ, ਮੈਨੂੰ ਨਾਲ ਲਿਆ, ਮੇਰੇ ਵੱਡੇ ਭਰਾ ਨੂੰ ਲਿਆ, ਮੇਰੇ ਛੋਟੇ ਨੂੰ ਲਿਆ, 3 ਭਰਾ ਸੀ, ਚੌਥਾ ਪਹਿਲਾਂ ਹੀ ਫਿਰੋਜ਼ਪੁਰ ਨੌਕਰੀ ਕਰਨ ਚਲਾ ਗਿਆ ਉਹਦਾ ਸੀ। 3 ਭਰਾ ਤੇ ਇੱਕ ਵੱਡੇ ਭਰਾ ਦੀ ਬੀਵੀ ਵੀ ਅੱਛਾ ਜੀ ਆਈ ਦੀ ਸੀ, ਮਤਲਬ ਛੁੱਟੀਆਂ ਦੇ ਵਿੱਚ। ਉੱਥੇ ਉਹਦਾ ਬੱਚਾ ਹੀ ਨਿੱਕਾ ਜਿਹਾ ਜੀ, ਕੋਈ 3 ਕੁ ਮਹੀਨੇ ਦਾ। ਉਹਨੂੰ ਵੀ ਕਹਿੰਦੇ ਪੁੱਤਰ ਤੂੰ ਵੀ ਚੱਲ। ਇੱਕ ਮੇਰੀ ਭੈਣ ਸਾਨੂੰ ਨਾ ਭੈਣ ਤੇ ਮਦਰ ਉੱਥੇ ਰਹਿ ਗਈਆਂ, ਛੋਟੀ ਭੈਣ ਸੀ ਕੁਛੜ ਮਦਰ ਦੇ, ਉਹ ਉੱਥੇ ਰਹਿ ਗਏ। ਅਸੀਂ ਜਿਹੜੇ ਆ ਸਾਨੂੰ ਲੈ ਕੇ ਉਹ ਰਹਿਬ ਆ ਗਏ ਜਿੱਥੇ ਪੜ੍ਹਾਉਂਦੇ, ਮੈਂ ਦੱਸਿਆ ਨਾ ਪਿੰਡ ਸੀ ਲਾਗੇ, ਉਹ ਜੱਟਾਂ ਦਾ ਪਿੰਡ ਸੀ। ਕਹਿੰਦੇ ਇੱਥੇ ਤੇ ਮੈਂ ਇਹ ਲੜਨ ਵਾਲਾ ਬੰਦਾ ਕੋਈ ਨਹੀਂ ਮੇਰੇ ਨਾਲ, ਉੱਥੇ ਮੈਂ ਜਿੱਥੇ ਪੜ੍ਹਾਉਣਾ ਉੱਥੇ ਫੌਜੀ ਨੇ 1-2 ਸੋਹਣ ਸਿੰਘ ਹੈ, ਸੂਬੇਦਾਰ ਮੇਜਰ ਹੈ, ਤੇ ਉਹ ਹੁਣ ਇਹਨਾਂ ਦਿਨਾਂ 'ਚ ਛੁੱਟੀ ਆਇਆ ਦਾ, ਤੇ ਹੋ ਸਕਦਾ ਉਹਦੇ ਕੋਲ ਬੰਦੂਕ ਵੀ ਕੋਈ ਹੋਏ। ਨਾਲੇ ਉਹਦੇ ਰਿਸ਼ਤੇਦਾਰ ਜਿਹੜੇ ਆ ਜਾਂ ਉਹਨਾਂ ਦੇ ਜਿਹੜੀ ਜ਼ਮੀਨ ਤੇ ਕੰਮ ਕਰਦੇ ਉਹ ਜਵਾਨ ਨੇ ਮੁੰਡੇ, ਤੇ ਮੈਨੂੰ ਵੀ ਹੌਸਲਾ ਹੋਏਗਾ ਮੇਰੇ ਤਾਂ 4 ਬੰਦੇ ਨੇ, ਤੇ ਉੱਥੇ ਚੱਲੋ, ਉੱਥੇ ਸਕੂਲ ਦੇ ਵਿੱਚ ਅਸੀਂ ਡੇਰਾ ਲਾਵਾਂਗੇ, ਤੇ ਮੈਂ ਉਹ ਅੱਬਲ ਤੇ ਹੋ ਸਕਦਾ ਉਹ ਸਾਨੂੰ ਪਨਾਹ ਦੇ ਦੇਣ। ਅਸੀਂ ਰਹਿਬ ਆਏ ਹਾਂ, ਰਹਿਬ ਆ ਕੇ ਤੇ ਉਹ ਉੱਥੋਂ ਪਹਿਲਾਂ ਹੀ ਨਿਕਲ ਗਏ ਤੇ। ਅੱਛਾ ਜੀ, ਉਹ ਕਹਿੰਦੇ ਉਹ ਤੇ ਨਿਕਲ ਗਏ ਨੇ, ਅੱਜ ਥੋੜ੍ਹੀ ਦੇਰ ਹੋਈ ਹੈ ਉਹ ਨਿਕਲ ਗਿਆ। ਕਹਿੰਦੇ ਫੇਰ ਕਹਿੰਦਾ ਉੱਥੇ ਮੁਨਸ਼ੀ ਰਾਮ ਪੰਡਤ ਹੈਗਾ, ਉਹ ਇੱਥੇ ਨੇ ਅਜੇ। ਅਸੀਂ ਮੁਨਸ਼ੀ ਰਾਮ ਪੰਡਤ ਦੇ ਘਰ ਚਲੇ ਗਏ ਰਹਿਬ, ਉੱਥੇ ਰਹੇ, ਤੇ ਉੱਥੋਂ ਮੇਰੇ ਫਾਦਰ ਕਹਿੰਦੇ ਮੈਂ ਇੰਦੀ ਮੇਨ ਟਾਈਮ ਨਾਰੋਵਾਲ ਜਾਣਾ, ਤੁਸੀਂ ਇੱਥੇ ਰਾਤ ਰਹੋ। ਮੁਨਸ਼ੀ ਰਾਮ ਦੇ ਘਰ ਵੀ ਉਹਨਾਂ ਦਾ ਵੀ ਇੱਕ ਬੰਦਾ ਨਾ ਆਰਮੀ 'ਚ ਸੀ, ਉਹ ਸੀ, ਉਹਦਾ ਨਾਮ ਮੈਨੂੰ ਭੁੱਲ ਗਿਆ, ਉਹ ਆਰਮੀ ਦੇ ਵਿੱਚ ਬੜਾ ਜਵਾਨ ਸੀ, ਉਹ ਮੇਜਰ ਸੀ ਕੋਈ ਜਿਹੜੀ ਆਫਿਸਰ ਰਹਿੰਦੇ ਸੀ। ਤੇ ਉਹ ਕਹਿੰਦੇ ਇਹਨਾਂ ਕੋਲੋਂ ਵੈਸੇ ਹੀ ਲੋਕੀ ਡਰਦੇ ਨੇ ਵੀ ਇਹਨਾਂ ਦਾ ਅਫਸਰ ਹੈ ਆਰਮੀ ਜੇ, ਤੇ ਇੱਥੇ ਖਤਰਾ ਨਹੀਂ, ਤੁਸੀਂ ਇੱਥੇ ਰਹੋ। ਅੱਧੀ ਰਾਤੀ ਉੱਥੇ ਪਿੰਡ 'ਚ ਰੌਲਾ ਪੈ ਗਿਆ ਜੀ, ਨਿਕਲ ਚੱਲੋ ਸਾਰੇ ਨੂੰ, ਚਲੋ ਸਿੱਖ ਬਾਹਰ ਨਿਕਲ ਆਓ। ਉਹ ਜਥਾ ਜਾ ਰਿਹਾ ਕੋਟਲੀ ਬਾਜਵੇ ਨੂੰ, ਕੋਟਲੀ ਬਾਜਾ ਪਿੰਡ ਸੀ ਬਿਲਕੁਲ ਦਰਿਆ ਵਾਲੀ ਸਾਈਡ ਤੇ, ਰਾਵੀ ਦੇ ਨਾਲ, ਰਾਵੀ ਵਾਲੀ ਸਾਈਡ ਤੇ ਤੁਸੀਂ ਉੱਥੇ ਆ ਜਾਓ। ਉਹ ਕੋਟਲੀ ਅਸੀਂ ਉਧਰ ਨੂੰ ਸਾਰੇ, ਉਹ ਕਹਿੰਦੇ ਵੀ ਅਸੀਂ ਚੱਲੇ, ਤੁਸੀਂ ਆਹੀਂ ਕਿ ਚਲੋ ਅਸੀਂ ਵੀ ਨਾਲ ਹੀ ਆ। ਤੁਹਾਡੇ ਜਿਹੜੇ ਮੇਰੇ ਫਾਦਰ ਨੇ ਉਹ ਨਾਰੋਵਾਲ ਗਏ ਦੇ ਆ, ਹਾਂਜੀ, ਉਹ ਉੱਥੋਂ ਨਾ ਉਹਨਾਂ ਨੇ ਉਹ ਟੂੰਬਾ ਪੁੱਟ ਕੇ ਲੈਂਦੀ ਆ। ਤੁਹਾਡੀ ਮਾਤਾ ਜੀ ਤੇ ਜਿਹੜੇ ਉਹ ਉੱਥੇ ਹੀ, ਛੋਟੀ ਭੈਣ ਉੱਥੇ ਹੀ ਰਹੀ, ਘਰੇ ਹੀ ਸੀਗੇ, ਉਹ ਘਰੇ ਹੀ ਆ ਸਨ, ਅਜੇ ਕੁਝ ਨਹੀਂ ਜੀ, ਉੱਥੇ ਕੋਈ ਕਤਲ ਗਾਰਤ ਨਹੀਂ ਹੋਈ। ਲੈ ਕੇ ਆ ਗਏ ਤੇ ਉਹ ਉਹਨਾਂ ਨੇ ਕਿਹਾ ਹੁਣ ਯਾਰ ਇਹ ਤੇ ਕਿਤੇ ਰਾਹ ਦੇ ਵਿੱਚ ਪੈ ਗਿਆ ਜਥਾ, ਤੇ ਉਹਨਾਂ ਨੇ ਸਾਰੀਆਂ ਖੋਲ੍ਹੀਆਂ ਤੇ ਹੋਏ ਨਾ, ਤੇ ਉਹਨਾਂ ਸਕੂਲ ਦੇ ਵਿੱਚ ਟਾਟ ਪਏ ਸੀ ਨੁੱਕਰ ਇੱਕ ਕਮਰੇ 'ਚ, ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਬਾਅਦ 'ਚ ਦੱਸਿਆ ਸਾਡੇ ਫਾਦਰ ਨੇ। ਉਹ ਕਹਿੰਦੇ ਨੇ ਨਾ ਸਭ ਕੁਝ ਲੁਟਾ ਕੇ ਹੋਸ਼ ਮੇ ਆਏ ਤਾਂ ਕਿਆ ਉਹ ਹਿਸਾਬ ਹੋਇਆ। ਉਹਨਾਂ ਨੇ ਉਹ ਟਾਟਾਂ ਦੇ ਥੱਲੇ ਥੋੜ੍ਹਾ ਜਿਹਾ ਖੋਦ ਕੇ ਨਾ, ਕੱਚੇ ਤੇ ਸਕੂਲ ਸੀ, ਪੈਲੀਆਂ ਦੇ ਵਿੱਚ ਬਣਿਆ ਦਾ ਸੀ ਕੱਚਾ ਸਕੂਲ, ਪਹਿਲਾਂ ਗੁਰਦੁਆਰੇ ਵਿੱਚ ਸੀ, ਬਾਅਦ ਦੇ ਵਿੱਚ ਉਹ ਉਹਨਾਂ ਨੇ ਜ਼ਮੀਨ ਲੈ ਕੇ ਵੱਖਰਾ ਬਣਿਆ ਦਾ ਸੀ, ਹੁਣ ਵੀ ਗੁਰਦੁਆਰੇ ਜੀ ਬਿਲਡਿੰਗ ਦੇ ਆ। ਉਹ ਉੱਥੇ ਉਹਨਾਂ ਨੇ ਉਹ ਟੂੰਬਾਂ ਜਿਹੜੀਆਂ ਕੁਝਾ ਉੱਥੇ ਰੱਖ ਕੇ ਉੱਥੇ ਟਾਟ ਸੁੱਟ ਛੜੇ ਵੀ ਮੈਂ ਇਹਨਾਂ ਨੂੰ ਉੱਥੋਂ ਕੋਟਲੀ ਬਾਜਵੇ ਛੱਡ ਕੇ ਆ ਕੇ ਲੈ ਜਾਣਾ, ਸਕੂਲ ਦੀ ਚਾਬੀ ਮੇਰੇ ਕੋਲ, ਇਹਨੂੰ ਕੌਣ ਛੇੜਨ ਡਿਆ, ਤੇ ਇੱਥੇ ਕਿਹੜੇ ਲੁੱਟਣ ਵਾਲੇ ਆ। ਲੋ ਜੀ ਅਸੀਂ ਕੋਟਲੀ ਬਾਜਵੇ ਚਲੇ ਗਏ। ਕੋਟਲੀ ਬਾਜਵਾ ਉਹ ਪਿੰਡ ਹੈ ਜਿੱਥੇ ਸਰਦਾਰ ਗੁਰਬਚਨ ਸਿੰਘ ਬਾਜਵਾ ਦਾ ਪਿੰਡ ਸੀ ਉਹ, ਔਰ ਉਹ ਉਹਨਾਂ ਜ਼ਮਾਨਿਆਂ ਦੇ ਪੋਲੀਟੀਕਲ ਹਸਤੀ ਮੰਨੇ ਜਾਂਦੇ ਉਸ ਏਰੀਏ ਦੇ, ਜਿਨ੍ਹਾਂ ਦੇ ਫਰਜ਼ੰਦ ਤ੍ਰਿਪਤ ਰਜਿੰਦਰ ਬਾਜਵਾ ਜਿਹੜੇ ਇੱਥੇ ਕਾਦੀਆਂ ਬੈਠੇ ਦੇ ਨੇ, ਹੁਣ ਵਜ਼ੀਰ ਵੀ ਨੇ, ਇਹ ਉਹਨਾਂ ਦੇ ਫਰਜ਼ੰਦ ਨੇ। ਇਹ ਅਸੀਂ ਇਹਨਾਂ ਦੇ ਘਰ ਇਕੱਠੇ ਹੋਏ ਬੰਦੇ ਜਿਹੜੇ ਉੱਥੋਂ ਰਹਿਬ ਤੋਂ ਨਿਕਲੇ ਸੀ, ਵੀ ਇਹਨਾਂ ਨੂੰ ਵੀ ਨਾਲ ਇਹ ਹੋਣਗੇ ਸਾਡੇ, ਤੇ ਸਾਡੀ ਇਹ ਕਿਆਦਤ ਕਰਨਗੇ ਤੇ ਗਾਂ ਤੱਕ ਲੈ ਜਾਣਗੇ। ਤੇ ਉਹ ਤੇ ਘਰ ਨਹੀਂ ਸਨ ਬਾਜਵਾ ਸਾਹਿਬ, ਤੇ ਉਹਨਾਂ ਦੇ ਜਿੱਥੇ ਅਸੀਂ ਜਾ ਕੇ ਅਜੇ ਬੈਠੇ ਹੀ ਆ ਤੇ ਰੌਲਾ ਪੈ ਗਿਆ, ਫੜ ਲਓ ਤਗੜੇ ਹੋ ਜਾਓ, ਜਥਾ ਪੈ ਗਿਆ, ਬੱਚੇ ਉਧਰ ਹੋ ਜਾਣ, ਜਨਾਨੀਆਂ ਫਲਾਣਿਆਂ ਦੇ ਘਰ ਵਿੱਚ ਵੜ ਦਿਓ, ਤੇ ਉਹ ਜੋ ਹਥਿਆਰ ਆਉਂਦਾ ਹੱਥ 'ਚ ਫੜ ਲਓ, ਚਾਹੇ ਰੰਭਾ ਆਏ, ਚਾਹੇ ਦਾਤਰੀ ਆਏ, ਚਾਹੇ ਕੁਹਾੜੀ ਆਏ, ਜੋ ਆਏ
ਤਗੜੇ ਹੋ ਜਾਓ, ਡਰਨਾ ਨਹੀਂ ਹੈ। ਹਾਂਜੀ ਆਹੀ ਕਹੀ ਆਹੀ ਬੱਚੇ ਹੀ ਸਾਡੀ ਜਾਣੇ ਬੁਲਾ ਵੀ ਇਹ ਭੈਣ ਚੋ ਕਿਹੜਾ ਇੱਥੇ ਉਹ ਹੋ ਰਿਹਾ ਵਾ ਯੁੱਧ। ਚਲੋ ਜੀ ਉਹ ਘਰ ਰੌਲਾ ਰਾਲਾ ਪਾਇਆ, ਉਹ ਵੀ ਕਹਿੰਦੇ ਜੀ ਅੱਲਾਹੂ ਅਕਬਰ, ਨਾਰਾਏ ਤਕਬੀਰ, ਅੱਲਾਹੂ ਅਕਬਰ। ਮੈਂ ਸੁਣਦਾ ਰਿਹਾ, ਇੱਧਰੋਂ ਵੀ ਨਾਰੇ ਸੁਣਦਾ ਰਿਹਾ, ਉੱਧਰੋਂ ਵੀ ਸੁਣਦਾ ਰਿਹਾ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਸਾਰੇ ਜਣੇ। ਅਸੀਂ ਵਿੱਚੋਂ ਇੰਜੋਏ ਵੀ ਕਰ ਰਹੇ ਹਾਂ ਬੀਇੰਗ ਬਚਪਨ ਦੇ ਕਿ ਯਾਰ ਇਸ ਤਰ੍ਹਾਂ ਦੇ ਯੁੱਧ ਹੁੰਦੇ ਸੀ ਪੁਰਾਣੇ ਜ਼ਮਾਨੇ 'ਚ। ਫਿਰ ਆਖਣਾ ਯਾਰੇ ਪਤਾ ਨਹੀਂ ਇਹਦਾ ਅੰਜਾਮ ਕੀ ਹੋਏਗਾ, ਉਹ ਤੇ ਪਤਾ ਨਹੀਂ ਸੀ। ਖੈਰ ਨਾ ਇੰਨੇ ਚਿਰ 'ਚੋਂ ਇੱਕ ਸਿਆਣਾ ਆਇਆ, ਉਹ ਕਹਿੰਦਾ ਵੀ ਗੱਲ ਸੁਣੋ ਸਾਰੇ ਬੱਚੇ ਇਕੱਠੇ ਹੋ ਜਾਓ, ਸਾਰੇ ਉਹ ਕੁੜੀਆਂ ਮੁੰਡੇ ਇੱਧਰ, ਅਤੇ ਚਲੋ ਨਾ ਇੱਥੋਂ ਅਗਲਾ ਪਿੰਡ ਹੈ ਕੱਸੋ ਵਾਲਾ, ਕੱਸੋ ਵਾਲੇ ਜਾਣਾ ਮੈਂ ਸਾਡਾ ਕਾਫਲਾ। ਉੱਥੇ ਫੌਜ, ਉੱਥੇ ਟਰੱਕ ਆਉਣਾ ਮੈਂ ਮਿਲਟਰੀ ਦਾ, ਉਹ ਸਾਨੂੰ ਡੇਰੇ ਲੈ ਜਾਏਗਾ। ਅਸੀਂ ਉੱਥੋਂ ਤੁਰ ਪਏ ਜੀ, ਕੁਛ ਨਹੀਂ ਹੋਇਆ ਸਾਨੂੰ, ਕਿਸੇ ਨੇ ਨਹੀਂ ਮਾਰਿਆ ਨਾ ਕੁਛ ਗੱਲ। ਕੱਸੋ ਵਾਲੇ ਆਏ ਅਤੇ ਕੱਸੋ ਵਾਲੇ ਸਾਡੇ ਮੇਰੀ ਮਦਰ ਦੇ ਨਹੀਂ ਮੇਰੇ ਮਾਮੇ ਦੇ ਸਾਲੇ, ਉਹ ਉੱਥੇ ਕੱਸੋ ਵਾਲੇ ਹੀ ਰਹਿੰਦੇ ਸੀ, ਜ਼ਿਮੀਂਦਾਰ ਸੀ, ਜੱਟ ਸਨ, ਬਾਹਮਣ ਜੱਟ ਵੀ ਹੁੰਦੇ ਸੀ ਪੁਰਾਣੇ ਜ਼ਮਾਨੇ, ਜ਼ਿਮੀਂਦਾਰ ਸਨ। ਅਤੇ ਉਹ ਦਰਿਆ ਦੇ ਜਿਹੜੇ ਬਹੁਤਾਤ ਜਿਹੜੇ ਹਿੰਦੂਆਂ ਤੋਂ ਹੀ ਸਿੱਖ ਬਣੇ ਆ, ਉਹ ਠੀਕ ਹੈ, ਉਹ ਇਹ ਸਾਰੀ ਦੁਨੀਆ ਨੂੰ ਪਤਾ, ਸਾਰੇ ਮੁਸਲਮਾਨ ਵੀ ਉਹਨਾਂ ਤੋਂ ਹੀ ਬਣੇ ਦੇ ਆ, ਪੁਸ਼ਤਾਂ ਦਰ ਪੁਸ਼ਤਾਂ ਬਦਲਦੇ ਗਏ। ਅੱਛਾ ਉਹ ਐਨੀਵੇ ਉੱਥੇ ਆਏ ਅਤੇ ਉਹਨਾਂ ਦੇ ਘਰ ਸਾਨੂੰ ਪਤਾ ਲੱਗਾ ਇਹ ਤਾਂ ਸਾਡੇ ਰਿਸ਼ਤੇਦਾਰ ਨੇ, ਅਤੇ ਉਹਨਾਂ ਨੇ ਸਾਡੇ ਫਾਦਰ ਆ ਗਏ ਨਾਲ ਸੀ, ਉਹਨਾਂ ਪਛਾਣ ਲਿਆ। ਉਹ ਤਾਂ ਜੀ ਬੜੀ ਸੇਵਾ ਕੀਤੀ ਉਹਨਾਂ ਕਿ ਵੀ ਸਾਡੇ ਆ ਗਏ ਨੇ। ਉਹਨਾਂ ਨੇ ਰੋਟੀ ਰਾਟੀ ਖਵਾਈ, ਤੰਦੂਰ ਤਾਇਆ, ਉਹਨੇ ਰੋਟੀਆਂ ਲਾਈਆਂ, ਦਾਲ ਚਾੜ੍ਹੀ, ਸਾਨੂੰ ਖਵਾਈ ਪਾਈ। ਅਤੇ ਬਾਅਦ ਦੇ ਵਿੱਚ ਨਾ ਅੱਧੀ ਕੁ ਰਾਤ ਹੋਈ ਅਤੇ ਉਹ ਨਾ ਖੁਸਰ ਖੁਸਰ ਹੋਏ, ਮੈਨੂੰ ਨੀਂਦਰ ਨਾ ਪਏ, ਮੈਂ ਬੱਚਾ ਸੀ। ਅਤੇ ਮੈਂ ਆਪਣੇ ਛੋਟੇ ਭਰਾ ਨੂੰ ਕਹਾਂ ਉਹ ਸੌਂ ਗਿਆ, ਉਹਦਾ ਨਾਂ ਘੋਕ ਸੀ। ਬਾਅਦ ਜੇ ਇੱਥੋਂ ਡਿਸਟ੍ਰਿਕਟ ਫੂਡ ਐਂਡ ਸਪਲਾਈਜ਼ ਕੰਟਰੋਲਰ ਅੰਮ੍ਰਿਤਸਰ ਰਿਟਾਇਰ ਹੋਏ ਨੇ, ਹੀ ਇਜ਼ ਨੋ ਮੋਰ। ਮੈਨੂੰ ਬੜਾ ਅਫਸੋਸ ਹੈ ਕਿ ਉਹਨਾਂ ਦੀ ਬਹੁਤ ਜਲਦੀ ਡੈਥ ਹੋ ਗਈ। ਉਹ ਮੇਰੇ ਕੋਲ ਸੁੱਤਾ ਦਾ ਸੀ, ਮੈਂ ਕਿਹਾ ਘੋਕ ਸੌਂ ਗਿਆ ਮੈਂ, ਉਹ ਸੁੱਤਾ ਦਾ ਘੋਕ ਵਿਚਾਰਾ, ਤਾਂ ਉਹ ਨਹੀਂ ਬੋਲਿਆ। ਉਹ ਕਹਿੰਦੇ ਰਹੇ ਉਹ ਖੁਸਰ ਖੁਸਰ ਹੋਏ, ਖੁਸਰ ਖੁਸਰ ਹੋਏ ਅਤੇ ਉਹਨਾਂ ਨੇ ਕੀਤਾ, ਉਹ ਕੁੱਟਣ ਡੇ ਜੀ ਦਰਵਾਜ਼ੇ ਘਰ ਦੇ ਆਪਣੇ ਦੇ। ਅੱਛਾ ਜੀ। ਦਰਵਾਜ਼ੇ ਪੁੱਟ ਕੇ, ਦੋ ਦਰਵਾਜ਼ੇ ਜੋੜ ਕੇ, ਉਹਨਾਂ ਨੂੰ ਲੱਜਾਂ ਬੰਨ੍ਹ ਕੇ, ਰੱਸੇ ਬੰਨ੍ਹ ਕੇ ਤੁਲਾ ਬਣਾ ਲੈਣ। ਉਹ ਤੁਲਾ ਜਿਹੜਾ ਵੈ ਉਹ ਦਰਿਆ ਦੇ ਵਿੱਚ ਪਾ ਕੇ ਆਪ ਉਹਨੂੰ ਧੱਕੇ ਨਾਲ ਤੈਰਦੇ ਜਾਣਾ ਅਤੇ ਗਾਂਹ ਲਈ ਜਾਣਾ, ਅਤੇ ਦਰਿਆਓਂ ਪਾਰ ਰਾਵੀ ਤੋਂ ਦੂਜੇ ਪਾਰ ਕੋਨੇ ਵਾਲਾ ਪਿੰਡ ਸੀ, ਠੇਠਰ ਕੇ ਸੀ, ਇੱਧਰ ਅਜੇ ਵੀ ਨੇ, ਉੱਧਰ ਉਹ ਆ ਜਾਣਾ ਕੰਢੇ 'ਤੇ, ਉੱਥੋਂ ਉਤਰ ਕੇ ਅਤੇ ਫਿਰ ਅਸੀਂ ਇੰਡੀਆ ਜੀ ਆ ਗਏ ਅਤੇ ਸੇਵ ਹੋ ਗਏ। ਉਹ ਕਿਉਂ ਕਰ ਰਹੇ ਸੀ, ਉਹਨੂੰ ਪੁੱਛਿਆ ਗਿਆ ਕਿ ਤੁਸੀਂ ਇੰਨਾ ਸਿਆਪਾ ਕਰਦੇ ਹੋ, ਉਹ ਮਲਾਹ ਜੂ ਹੈਗੇ ਨੇ। ਉਹ ਕਹਿੰਦਾ ਮਲਾਹ ਤੇ ਹੈਗੇ ਨੇ, ਪਹਿਲਾਂ ਤੇ ਇਹੋ ਹੀ ਮਲਾਹ ਚੰਗੇ ਸਾਜੇ, ਇਹ ਪੈਸੇ ਲੈਂਦੇ ਸੀ 200 ਰੁਪਈਆ ਸਵਾਰੀ। ਹੁਣ ਕੀ ਹੋਇਆ, ਉਹਨਾਂ ਨੂੰ ਪਤਾ ਲੱਗ ਗਿਆ ਇਹ ਹਿੰਦੂ ਜਾ ਰਹੇ ਨੇ, ਖੱਤਰੀ ਜਾ ਰਹੇ ਨੇ, ਇਹਨਾਂ ਕੋਲ ਤਾਂ ਮਾਲ ਹੀ ਬੜਾ ਹੈ। ਇਹ ਅੱਧ ਦਰਿਆ ਦੇ ਵਿੱਚ ਜਦੋਂ ਉੱਥੇ ਆਇਆ ਦਾ ਸੀ ਅੱਗੋਂ ਹੜ੍ਹ, ਕੰਢਿਆਂ ਤੋਂ ਉੱਤੇ ਪਾਣੀ ਵਗ ਰਿਹਾ ਸੀ, ਅਤੇ ਕਹਿੰਦਾ ਕਸ਼ਤੀ ਉੱਥੇ ਜਾ ਕੇ ਕਰਕੇ ਕਹਿੰਦੇ ਵੀ ਜੋ ਕੁਛ ਹੈਗਾ ਦੇ ਦਿਓ, ਇਹ ਨਾ ਕਸ਼ਤੀ ਹੁਣ ਡਾਵਾਂਡੋਲ ਹੋ ਰਹੀ ਹੈ, ਸਾਡੇ ਨਹੀਂ ਇਹ ਵੱਸਦਾ, ਜਾਂ ਤਾਂ ਸਾਨੂੰ ਸਾਰਾ ਜੋ ਕੁਛ ਹੈ ਮਾਲ ਦੇ ਦਿਓ, ਨਹੀਂ ਤੇ ਅਸੀਂ ਤਾਂ ਡੁੱਬਣਾ ਨਹੀਂ, ਅਸੀਂ ਤਾਂ ਤਰ ਕੇ ਨਿਕਲਾਂਗੇ, ਤੁਸੀਂ ਡੁੱਬ ਕੇ ਮਰੋਗੇ, ਇਹ ਵੇਖ ਲਓ। ਫਿਰ ਉਹਨਾਂ ਨੇ ਕਈਆਂ ਨੇ ਡਰਦਿਆਂ ਦੇ ਦੇਣੀਆਂ ਜਨਾਨੀਆਂ, ਉਹ ਦਿਓ ਪਰਾਂ ਨੂੰ ਜਾਣ ਨਾਲੋਂ ਕਿਹੜੀ ਚੀਜ਼ ਚੰਗੀ ਹੈ। ਉਹ ਵਿਚਾਰੇ ਜੋ ਕਿਸੇ ਨੇ ਪੋਟਲੀ ਕੁਝਾ ਜੋ ਵੀ ਛੁਪਾਇਆ ਦਾ ਸਾਰਾ ਉਹਨਾਂ ਨੂੰ ਦੇਣਾ, ਟੂੰਬਾਂ ਟਾਂਬਾਂ। ਉਹਨਾਂ ਨੇ ਜਾ ਕੇ ਨਾ ਫੇਰ ਵੀ ਨਾ ਬਿਲਕੁਲ ਕੰਢੇ 'ਤੇ ਜਿੱਥੇ ਦਲਦਲ ਹੋਣੀ ਨਾ ਉੱਥੇ ਆਖਣਾ ਉਤਰ ਜਾਓ। ਉਹ ਕਹਿਣਾ ਵੀ ਇੱਥੋਂ ਤਾਂ ਸੁੱਕਾ ਥਾਂ ਨਹੀਂ ਹੈ, ਕਹਿੰਦਾ ਹੁਣ ਮੀਂਹ ਵਰਦਾ ਪਿਆ, ਉਹ ਮੀਂਹ ਬਾਂਝ ਪੂਰਾ ਉੱਥੇ, ਇੰਨਾ ਮੀਂਹ ਕਿ ਪੁੱਛੋ ਨਾ। ਉਹ ਵਿਚਾਰੇ ਨਾ ਮਾੜੇ ਹਾਲ ਬਾਂਕੇ ਦਿਹਾੜੇ ਉੱਥੋਂ ਉਤਰ ਕੇ ਸਭ ਕੁਝ ਗਵਾ ਕੇ, ਕਹਿੰਦਾ ਤਾਂ ਕਰਕੇ ਅਸੀਂ ਉਹਨਾਂ 'ਤੇ ਇਤਬਾਰ ਨਹੀਂ ਕਰਦੇ। ਹੁਣ ਅਸੀਂ ਤੁੱਲੇ 'ਤੇ ਬਹਿ ਕੇ ਆਪ ਜਾਵਾਂਗੇ। ਉਹ ਜਵਾਨ ਬੜੇ ਸਨ, ਵਾਹੀ ਕਰਦੇ ਸਨ ਨਾ ਚੰਗੇ ਚੰਗੇ। ਉਹ ਇੱਕ ਦਾ ਨਾਂ ਮੁਗਲਾ ਸੀ, ਇੱਕ ਦਾ ਨਾਂ ਤੁਲਸੀ ਸੀ, ਇੱਕ ਦਾ ਨਾਂ ਮੁਨਸ਼ੀ ਸੀ। ਉਹ ਕਹਿੰਦਾ ਤੁਸੀਂ ਛੱਡੋ ਪੜਾ, ਐਵੇਂ ਇਹਨਾਂ ਦੇ ਤੁਸੀਂ ਕੱਲ੍ਹ ਹੀ ਤੁੱਲਿਆਂ 'ਤੇ ਬਹਿਣਾ, ਆਏ ਉਹ ਬੇੜੀਆਂ 'ਤੇ ਬਹਿਣਾ, ਤੁੱਲੇ 'ਤੇ ਬੈਠੋ। ਉਹ ਤੁੱਲੇ 'ਤੇ ਖੜਦੇ ਸੀ ਵਿਚਾਰਿਆਂ ਨੇ, 2 ਫੇਰੇ ਲਾਏ, ਤੀਜੇ ਉਹ ਅਜੇ ਕੰਢੇ 'ਤੇ ਹੀ ਸੀ, ਅਤੇ ਉਹਦੇ ਪਾਣੀ ਇੰਨਾ ਚੜ੍ਹਿਆ ਤੁੱਲੇ ਦੇ, ਉਹ ਜਾਣੇ 2 ਵਿੱਚ ਦਰਿਆ ਦੇ ਡਿੱਗ ਪਏ। ਅੱਛਾ ਜੀ। ਡਿੱਗ ਪਏ। ਖੈਰ ਉਹਨਾਂ ਨੇ ਨਾ ਉਹ ਕੱਢ ਤੇ ਲਏ,
ਪਰ ਉਹ ਪਤਾ ਨਹੀਂ ਬਾਅਦ 'ਚ ਕਹਿੰਦੇ ਸੀ ਉਹ ਬੱਚੇ ਨਹੀਂ, ਉਹਨਾਂ 'ਚ ਪਾਣੀ ਭਰ ਗਿਆ ਸੀ। ਅੱਛਾ ਜੀ, ਕੁਛ ਉਹਨਾਂ ਦੇ ਬੱਚੇ ਸੀਗੇ ਉਹ? ਨਹੀਂ, ਜਿਹੜੇ ਵਿਚਾਰੇ ਪਾਰ ਲੰਘਦੇ ਸੀ, ਉਹ ਪੈਸੇ ਨਹੀਂ ਸਨ ਲੈਂਦੇ। ਹਾਂ, ਉਹ ਮੁਫਤ ਹਿੰਦੂ ਸੀ ਨਾ, ਉਹ ਆਪਣੇ ਨੂੰ ਵੀ ਕੱਢਿਆ ਉਹਨਾਂ ਨੇ ਉਸੇ ਤੁਲਿਆਂ ਤੇ ਇਹਨਾਂ ਨੂੰ ਵੀ ਸੇਵਾ ਜਿਸ ਤਰ੍ਹਾਂ ਭਾਵ ਹੁੰਦੀ ਹੈ। ਹਾਂਜੀ। ਤੇ ਪਰ ਉਹਦੇ ਬਾਅਦ ਦੇ ਵਿੱਚ ਜਨਾਬ ਅਸੀਂ ਤੇ ਉੱਥੇ ਤੁਲੇ ਤੇ ਚੜੇ ਨਹੀਂ, ਡਰਦੇ ਮਾਰੇ ਉਹ ਜਾਣਿਆਂ ਤੋਂ ਬਾਅਦ। ਅਸੀਂ ਉਹ ਮੇਰੇ ਫਾਦਰ ਕਹਿੰਦੇ ਆ ਵੀ ਤੁਸੀਂ ਇੰਝ ਹੈ, ਇੱਥੇ ਟਰੱਕ ਆਉਣਾ ਹੈ ਮਿਲਟਰੀ ਵਾਲਾ, ਮੈਨੂੰ ਮਿਲੀ ਇਤਲਾ। ਉਹ ਟਰੱਕ ਦੇ ਨਾਲ ਅਸੀਂ ਪੈਦਲ ਬੇਲੇ ਦੇ ਵਿੱਚੋਂ ਦੀ ਲੰਘ ਕੇ ਨਾ ਕੰਢੇ ਕੰਢੇ ਦਰਿਆ ਤੇ ਡੇਰੇ ਵਾਲੇ ਪੁਲ ਤੇ ਜਾਣਾ ਸੀ। ਅੱਛਾ ਜੀ। ਚਨਾਚੇ ਅਸੀਂ ਜਨਾਬ ਉਹ ਸਰਕੜਾ ਡੀ ਉੱਚਾ ਸਰਕੜਾ, ਉਹ ਇਸ ਤਰ੍ਹਾਂ ਵੱਜਦਾ ਸੀ ਜਿਵੇਂ ਤਲਵਾਰ ਵੱਜਦੀ ਹੈ, ਚੀਰ ਪਾ ਦਿੰਦਾ ਸੀ। ਤੇ ਪੱਛ ਲਾਉਂਦੇ ਆ ਜਿਵੇਂ ਬਾਹਾਂ ਨੰਗਿਆਂ ਦੇ ਕੰਨਾਂ ਤੇ, ਇੰਨੀ ਉਹ ਦਰਦ ਹੁੰਦੀ ਹੈ ਨਾ, ਜਿਹਨੇ ਉਹ ਭੁਗਤਿਆ ਦਾ ਨਾ ਆਜ਼ਾਦੀ ਦੀ ਕੀਮਤ ਜਿਹਨੇ ਚੁਕਾਈ ਦੀ ਹੈ ਉਸ ਤਰ੍ਹਾਂ ਦੀ, ਇਹ ਉਹਨੂੰ ਪਤਾ ਹੈ ਕਿ ਉਹ ਕਿਸ ਗੁਨਾਹ ਦੀ ਸਜ਼ਾ ਸੀ। ਮੈਨੂੰ ਦੱਸਿਆ ਜਾਏ ਇਹ ਜਿਹੜੀ ਆਜ਼ਾਦੀ ਦਾ ਹੁਣ ਮਜ਼ਾ ਮਾਰ ਰਹੇ, ਮਿਨਿਸਟਰ ਬਣ ਗਿਆ, ਕੋਈ ਗਵਰਨਰ ਬਣ ਗਿਆ, ਜਿਨ੍ਹਾਂ ਨੇ 10 ਲੱਖ ਬੰਦਾ ਹਿੰਦੂ ਮੁਸਲਮਾਨ ਜਿਹੜਾ ਕਤਲ ਹੋ ਗਿਆ ਸੀ ਉਸ ਵੇਲੇ, ਔਰ ਉਹਨਾਂ ਦੇ ਵਿੱਚੋਂ ਜਿਹੜੇ ਸਫਰਰ ਸੀ ਕੋਈ ਬਚ ਕੇ ਨਿਕਲੇ, ਜਿਨ੍ਹਾਂ ਵਿੱਚੋਂ ਇੱਕ ਮੈਂ ਵੀ ਹਾਂ। ਅਸੀਂ ਲੋਕ ਇਸ ਆਜ਼ਾਦੀ ਦੀ ਤਾਰੀਖ ਦਾ ਪਾਰਟੀਸ਼ਨ ਦਾ ਜ਼ਿੰਦਾ ਜਾਗਤਾ ਸਬੂਤ ਆ। ਸਾਡੇ ਕੋਲੋਂ ਤੁਸੀਂ ਪੁੱਛ ਸਕਦੇ ਹੋ ਕਿ ਕੀ ਵਾਪਰੀ। ਅੱਗੇ ਆ ਜਾਓ, ਉਹਦੇ ਨਾਲ ਨਾਲ ਤੁਰੇ ਆ ਰਹੇ ਹਾਂ, ਪੁਲ ਤੇ ਆ ਗਏ ਹਾਂ। ਪੁਲ ਤੇ ਆ ਗਏ ਹਾਂ ਤੇ ਮੇਰੇ ਫਾਦਰ ਉਸੇ ਤਰ੍ਹਾਂ ਹੀ ਉਹ ਬੱਧਾ ਦਾ ਲੱਕ ਨੂੰ ਤੇ ਉਹ ਤਲਵਾਰ ਪਾਈ ਦੀ ਹੈ ਤੇ ਨਾ ਉਧਰੋਂ ਦੂਜੇ ਪਾਸਿਓਂ ਆਮਣੇ ਬਿਲਕੁਲ ਆਪੋਜ਼ਿਟ ਸਾਈਡ ਤੋਂ ਮੁਸਲਮਾਨਾਂ ਦਾ ਜੱਥਾ ਆ ਰਿਹਾ। ਅੱਛਾ ਜੀ। ਉਹਨਾਂ ਵੀ ਪੁਲ ਕ੍ਰਾਸ ਕਰਨਾ, ਐਨ ਸੈਂਟਰ ਦੇ ਵਿੱਚ ਪੁਲ ਤੇ ਅੱਧਾ ਉਹ ਮਿਲਟਰੀ ਆ ਗਈ ਵਿੱਚ। ਅੱਛਾ ਜੀ। ਉਹਨਾਂ ਕਿਹਾ ਜਿਹੜੇ ਮੁਸਲਮਾਨ ਵਾਲੇ ਜਿੱਥੇ ਉਹ ਪਰਲੇ ਪਾਸੇ ਲੈਫਟ ਹੈਂਡ ਤੇ, ਹਿੰਦੂ ਵਾਲੇ ਲੈਫਟ ਹੈਂਡ ਤੇ, ਉਹ ਰਾਈਟ ਹੈਂਡ ਤੇ, ਵਿਚਕਾਰ ਉਹ ਥਾਂ ਤੇ ਫੌਜੀ 3 ਖਲੋ ਗਏ। ਕੋਈ ਇੱਧਰ ਉੱਧਰ ਨਹੀਂ ਜਾਣਾ, ਜਿਹੜਾ ਜਾਏਗਾ ਹਾਂ ਗੋਲੀ ਮਾਰ ਦੇਣੀ ਹੈ, ਸਿੱਧੀ ਬਾਤ, ਕੋਈ ਨਹੀਂ। ਲਓ ਜੀ ਉਹ ਤੁਰੇ ਜਾਣ। ਉੱਥੇ ਦੇਖਿਆ ਪੁਲ ਤੇ ਪਹਿਲਾ ਜਿਹੜਾ ਦਿਲਖਰਾਸ਼ ਵਾਕਿਆ, ਜਿਹੜਾ ਕਿ ਮੈਨੂੰ ਅੱਜ ਤੱਕ ਮੇਰੇ ਜ਼ਿਹਨ ਨੇ ਕਦੀ ਵੀ ਜਦੋਂ ਵਾਕਿਆ ਯਾਦ ਆਉਂਦਾ ਰੂਹ ਕੰਬਦੀ ਹੈ। ਇੱਕ ਬੱਚਾ ਜਿਹਦਾ ਨਹਾਇਤ ਖੂਬਸੂਰਤ ਛੋਟੀ ਜਿਹੀ ਉਮਰ ਦਾ, ਕੋਈ ਮੁਸ਼ਕਲ ਨਾਲ 3-4 ਮਹੀਨੇ ਦਾ ਹੋਏਗਾ, ਬਹਿਣ ਜੋਗਾ ਜਿਹੜਾ ਹੁੰਦਾ 6 ਮਹੀਨੇ ਦਾ ਹੋਏਗਾ, ਤੇ ਲੇਕਿਨ ਬੜਾ ਪਿਆਰਾ ਬੱਚਾ, ਲੈ ਉਹ ਰੋਈ ਜਾਏ, ਭੁੱਖਾ ਪਾਣਾ, ਕੋਈ ਉਹਨੂੰ ਨਹੀਂ ਫੜ ਰਿਹਾ ਵੀ। ਤੇ ਨਾ ਇੰਨੇ ਚਿਰ ਦੇ ਵਿੱਚੋਂ ਇੱਕ ਬੰਦਾ ਆਇਆ, ਉਹ ਕਹਿੰਦਾ ਆ ਅਜਾਣਾ, ਹੁਣ ਉਹ ਪਤਾ ਨਹੀਂ ਇਹ ਮੁਸਲਮਾਨ ਦਾ ਬੱਚਾ ਹੈ ਕਿ ਹਿੰਦੂ ਦਾ ਬੱਚਾ ਹੈ। ਤੇ ਉਹ ਇੱਕ ਜਣਾ ਆਇਆ, ਉਹ ਸ਼ਦਾਈ ਹੁੰਦੇ ਨੇ ਵਿੱਚ, ਉਹ ਕਹਿੰਦਾ ਇਹਨੂੰ ਫੜ ਕੇ ਉਹ ਦਰਿਆ 'ਚ ਸੁੱਟੋ, ਮਾਂ ਜਾਂ ਨਾ ਇੱਧਰ ਜੋਗਾ ਨਾ ਉੱਧਰ ਜੋਗਾ, ਇੱਥੇ ਜੋ ਵਿਲਕਦਾ ਪਿਆ ਉੱਥੇ ਇਹਨੂੰ ਦਰਿਆ ਬੁਰਦ ਕਰ ਦਿਓ। ਉਹ ਮੇਰੇ ਫਾਦਰ ਨੇ ਰੋਕਿਆ, ਉਹ ਕਹਿੰਦਾ ਕੁਛ ਖੁਦਾ ਦਾ ਹੀ ਖੌਫ ਕਰ ਲੈ, ਜੇ ਤੂੰ ਇਹਨੂੰ ਫੜ ਕੇ ਨਾਲ ਨਹੀਂ ਜਾ ਸਕਦਾ, ਇਹਨੂੰ ਰਹਿਣ ਦੇ, ਇਹਦੇ ਹਾਲ ਤੇ ਛੱਡ ਦੇ। ਹੈਂ, ਜੇ ਇਹਦੀ ਇਸ ਤਰ੍ਹਾਂ ਹੀ ਲਿਖੀ ਹੈ, ਇਹਨੂੰ ਆਪੇ ਕੋਈ ਜ਼ਰੂਰਤਮੰਦ ਲੈ ਜਾਏਗਾ, ਤੂੰ ਨਾ ਸੁੱਟ ਇਹਨੂੰ। ਫਿਰ ਤੂੰ ਲੈ ਜਾ, ਤੂੰ ਬੜਾ ਸੱਕਾ ਬਣਦਾ, ਤੇ ਤੈਨੂੰ ਕੀ ਪਤਾ ਇਹ ਮੁਸਲਮਾਨਾਂ ਦਾ ਕਿ ਹਿੰਦੂ ਆ। ਕਹਿੰਦਾ ਭਾਵੇਂ ਕਿਸੇ ਦਾ ਹੋਏ, ਹੈ ਤੇ ਬੱਚਾ ਹੀ ਨਾ। ਉਹ ਨਾ ਇਸੇ ਗੱਲੋਂ ਕਹਿਬੜ ਪੈ ਜੀ, ਉਹ ਬੜੀ ਮੁਸ਼ਕਲ ਉਹਨਾਂ ਨੇ ਦੂਜਿਆਂ ਨੇ ਆ ਕੇ ਛਡਾਇਆ। ਉਹ ਜਾਣ ਦਿਓ ਤੁਸੀਂ ਬੱਚੇ ਤੇ, ਚਲੋ 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 ਤੁਸੀਂ ਕੀ ਰੌਲਾ ਪਾਇਆ ਦਾ। ਉਹ ਫੌਜੀ ਆਇਆ, ਉਹਨੇ ਫੌਜੀ ਨੇ ਬੱਚੇ ਨੂੰ ਫੜ ਕੇ ਇੱਕ ਪਾਸੇ ਬਿਠਾਤਾ, ਰੋਂਦਾ ਰਿਹਾ ਬੱਚਾ। ਅਸੀਂ ਗਾਂਹ ਨਿਕਲ ਆਏ। ਮਤਲਬ ਮਾਵਾਂ ਨੇ ਪੁੱਤ ਵੀ ਆਪਣੇ ਨਹੀਂ ਸੰਭਾਲੇ, ਔਰ ਉਸ ਬੱਚੇ ਦੀ ਜਿਹੜੀ ਚੀਖੋ ਪੁਕਾਰ ਹੈ ਉਹ ਅੱਜ ਤੱਕ ਮੇਰੇ ਕੰਨਾਂ ਵਿੱਚ ਘੰਟੀ ਵਾਂਗਰ ਹੋਏ। ਮੈਨੂੰ ਜਦੋਂ ਵੀ ਯਾਦ ਆਉਂਦੀ ਹੈ, ਮੈਨੂੰ ਖਿਆਲ ਆਉਂਦਾ ਯਾਰ ਉਹਦਾ ਕੀ ਬਣਿਆ ਹੋਣਾ, ਉਸ ਕਹਾਣੀ ਦਾ ਅੰਤ ਕੀ ਹੋਇਆ ਹੋਣਾ, ਉਸ ਬੱਚੇ ਦਾ ਕੀ ਬਣਿਆ। ਕੀ ਪਤਾ ਉਹ ਕੋਈ ਵੱਡਾ ਜਰਨੈਲ ਹੀ ਬਣ ਗਿਆ ਹੋਏ, ਕਿਸੇ ਸਾਂਭ ਲਿਆ ਹੋਏ, ਲੇਕਿਨ ਉਹ ਇੱਕ ਸਵਾਲੀਆ ਨਿਸ਼ਾਨ ਛੱਡ ਕੇ ਮੈਂ ਅੱਗੇ ਨਿਕਲ ਆਏ। ਅਸੀਂ ਲਓ ਜੀ ਅਸੀਂ ਪੁਲ ਕ੍ਰਾਸ ਕੀਤਾ। ਮੇਰੇ ਵਾਲਿਦ ਸਾਹਿਬ, ਮੈਂ ਉਹ ਜਿਹੜੇ ਜੀ ਦੱਸੇ ਨੇ, ਸਾਡੀ ਭਰਜਾਈ, ਉਹ ਬੱਚਾ ਛੋਟਾ ਜਿਹਾ, ਉਹ ਦੁੱਧ ਤੋਂ ਕਰ ਲਾਏ, ਅੱਗੋਂ ਖਾਣਾ ਨਾ ਪੀਣਾ ਨਾ ਕੁਛ, ਕੋਈ ਸਮਾਨ ਤੇ ਸੀ ਨਹੀਂ। ਤੇ ਜਿਸਲੇ ਡੇਰੇ ਅਸੀਂ ਨਾ ਸਟੇਸ਼ਨ ਤੇ ਆ ਕੇ ਤੇ ਆਪਣੀਆਂ ਉਹ ਛੋਟੀਆਂ ਬੁਛੜੀਆਂ, ਖੇਸ ਖੂਸ ਜਿਹੜੇ ਬੰਦੇ ਭੇਜ ਗਏ ਮਾਂ, ਉਹ ਨਾਲ ਲੈ ਕੇ ਸਰਾਣਿਆਂ ਤੇ ਉੱਥੇ ਬਹਿ ਗਏ ਤੇ ਤਰਕਾਰਾਂ ਸੰਦੇ ਹੋ ਗਈ। ਤੇ ਸ਼ਹਿਰ 'ਚ ਕਰਫਿਊ ਲੱਗਾ ਦਾ, ਉਹ
ਮੇਰੇ ਫਾਦਰ ਕਹਿੰਦੇ ਆ ਮੈਂ ਡੇਰੇ ਜਾਣਾ ਅੰਦਰ ਕਸਬੇ 'ਚ ਕੋਈ ਮਕਾਨ ਦੇਖਦਾ ਮੁਸਲਮਾਨਾਂ ਦਾ ਛੱਡਿਆ ਦਾ ਉੱਥੇ ਜਾ ਕੇ ਬਈਏ ਤੇ ਉਹ ਕਹਿੰਦੇ ਨਹੀਂ ਅੰਦਰ ਨਹੀਂ ਜਾ ਸਕਦੇ ਗੋਲੀ ਮਾਰ ਦਿੰਦੇ ਆ ਇਹ ਕਿਹੜੇ ਜ਼ੁਲਮ ਜੇ ਗੋਲੀ ਮਾਰ ਦਿੰਦੇ ਉਹ ਅੱਗੇ ਹੀ ਬੜੇ ਦੁਖੀ ਸੀ ਉਹ ਕਹਿੰਦੇ ਬਾਹ ਮਾਸਟਰ ਜੀ ਇੱਥੇ ਝਗੜਨ ਦਾ ਵੇਲਾ ਨਹੀਂ ਜੇ ਚੁੱਪ ਕਰਕੇ ਇੱਥੇ ਹੀ ਬੈਠੇ ਰਹੋ ਕਰਫਿਊ ਲੱਗਾ ਦਾ ਕੋਈ ਜਾ ਹੀ ਨਹੀਂ ਸਕਦਾ ਸ਼ਹਿਰ 'ਚ ਕਿਉਂਕਿ ਉਦੋਂ ਦੱਸਦੇ ਵੀ ਬਰਸਾਤ ਵੀ ਬਹੁਤ ਪਈ ਹੈ ਨਾ ਹਾਂ ਬਰਸਾਤ ਬੜੀ ਸੀ ਉਹ ਨਾ ਇੰਨੇ ਚਿਰ ਦੇ ਵਿੱਚੋਂ ਇੱਕ ਮਾਸਟਰ ਜੀ ਸਨ ਉਹ ਠੇਠਰ ਕੇ ਪਿੰਡ ਦੇ ਰਹਿਣ ਵਾਲੇ ਮੈਨੂੰ ਉਹਨਾਂ ਦਾ ਨਾਂ ਭੁੱਲ ਗਿਆ ਬ੍ਰਾਹਮਣ ਸਨ ਉਹ ਕਿਤੇ ਮਾਸਟਰਾਂ ਨੂੰ ਜਾਣਦੇ ਨੇ ਨਾ ਕਿਤੇ ਮੀਟਿੰਗ ਹੋਈ ਹੋਏਗੀ ਕਿਤੇ ਮਿਲੇ ਹੋਣਗੇ ਕਿਸੇ ਜ਼ਮਾਨੇ 'ਚ ਤੇ ਉਹਨਾਂ ਨੇ ਸਾਡੇ ਫਾਦਰ ਨੂੰ ਪਛਾਣ ਲਿਆ ਉਹ ਕਹਿੰਦਾ ਮਾਸਟਰ ਜੀ ਤੁਸੀਂ ਇੱਥੇ ਜਾਣਿਆ ਨਾ ਤੂੰ ਕਹਿੰਦਾ ਯਾਰ ਹੋ ਰਹਾ ਕਿੱਥੇ ਜਾਣਾ ਜੀ ਤੇ ਤੁਸੀਂ ਉਹ ਨਾਰੋਵਾਲ ਦੀ ਤੇ ਅਜੇ ਗੱਡੀ ਆਉਣੀ ਹੈ ਉਹ ਤੇ ਗੱਡੀ 'ਚ ਆਉਣਾ ਉਹ ਤੇ ਮਿਸ਼ਨ ਸਕੂਲ ਜੇ ਉਹਨਾਂ ਦਾ ਕੈਂਪ ਲੱਗਾ ਦਾ ਉੱਥੋਂ ਆਉਣੀ ਸੀ ਤੇ ਤੁਸੀਂ ਪੈਦਲ ਹੀ ਆ ਗਏ ਹੋ ਕਹਿੰਦੇ ਹਾਂ ਅਸੀਂ ਪੈਦਲ ਆਏ ਆ ਇਹ ਵਾਇਆ ਰਹਿਬ ਕੋਟਲੀ ਬਾਜਵਾ ਕਸੋਵਾਲ ਇੱਥੋਂ ਤੱਕ ਦਰਿਆ ਦੇ ਕੰਢੇ ਕੰਢੇ ਹੁਣ ਅਸੀਂ ਸਟੇਸ਼ਨ 'ਤੇ ਆ ਤੇ ਹੁਣ ਫਿਰ ਕਿੱਥੇ ਜਾਣਾ ਸ਼ਹਿਰ ਤੇ ਕਰਫਿਊ ਲੱਗਾ ਦਾ ਕਹਿੰਦਾ ਭਰਾ ਹੁਣ ਇੱਥੇ ਬੈਠੇ ਆ ਫਿਰ ਕੀ ਕਰੀਏ ਹੁਣ ਮੁਸ਼ਕਿਲ ਤਾਂ ਹੈ ਸਵੇਰੇ ਵੇਖਾਂਗੇ ਕਹਿੰਦਾ ਨਹੀਂ ਚਲੋ ਮੇਰੇ ਨਾਲ ਹਾਂਜੀ ਉਹਨੇ ਸਾਈਕਲ ਦੇ ਪਿੱਛੇ ਪੱਠੇ ਬੱਧੇ ਦੇ ਸੀ ਉਹਨੇ ਘਰ ਕਿਤੇ ਗਾਂ ਰੱਖੀ ਹੋਣੀ ਹੈ ਕਿ ਕਦੋਂ ਪੱਠੇ ਲੈ ਕੇ ਆਇਆ ਸੀ ਕਹਿੰਦਾ ਆਓ ਮੇਰੇ ਨਾਲ ਉਹ ਕਹਿੰਦਾ ਯਾਰ ਬੱਚੇ ਨੇ ਨਾਲ ਕਿੱਥੇ ਤੁਹਾਡੇ ਘਰ ਤਕਲੀਫ ਦੇਣਾ ਗੈਰਤਮੰਦ ਬੜੇ ਨੇ ਉਧਰ ਦੇ ਲੋਕ ਅਤਲ ਵਸਾ ਕਿਸੇ ਦਾ ਅਹਿਸਾਨ ਲੈਣ ਨੂੰ ਮਰਦੇ ਮਰ ਜਾਣ ਪਰ ਇਹ ਨਹੀਂ ਬਰਦਾਸ਼ਤ ਕਰਦੇ ਕਿਸੇ ਦੇ ਬੋਝ ਬਣ ਜਾਈਏ ਮੈਂ ਇਹ ਜਜ਼ਬਾ ਵੀ ਉਦੋਂ ਮਹਿਸੂਸ ਕੀਤਾ ਕਿ ਇੰਨੀ ਮੁਸੀਬਤ ਤੋਂ ਬੱਚਾ ਹੋਣ ਦੇ ਬਾਅਦ ਮੇਰੀ ਆਬਜ਼ਰਵੇਸ਼ਨ ਜਿਹੜੀ ਸੀ ਉਹ ਹਮੇਸ਼ਾ ਹੀ ਬੜੀ ਤੇਜ਼ ਰਹਿੰਦੀ ਛੋਟੀਆਂ ਜਿਹੜੀਆਂ ਡਿਟੇਲ ਨੇ ਉਹਨਾਂ 'ਤੇ ਵੀ ਧਿਆਨ ਰਹਿੰਦਾ ਸੀ ਉਹ ਕਹਿੰਦੇ ਪੰਡਿਤ ਜੀ ਇਸ ਵੇਲੇ ਇਹਨਾਂ ਗੱਲਾਂ ਦਾ ਵੇਲਾ ਨਹੀਂ ਹੈ ਇਸ ਵੇਲੇ ਤੁਸੀਂ ਤੁਰੋ ਤੇ ਬਗੈਰ ਹੀਲੋ ਹੁਜਤ ਤੁਹਾਨੂੰ ਜਾਣਾ ਪਏਗਾ ਮੇਰੇ ਨਾਲ ਅਸੀਂ ਤੁਰ ਪਏ ਉਹ ਘਰ ਲੈ ਗਿਆ ਆ ਦੇਖੋ ਮੈਂ ਕੰਨਾਂ ਨੂੰ ਹੱਥ ਲਾ ਕੇ ਨਾ ਮੈਂ ਦੇਵੀ ਦੇ ਦਰਸ਼ਨ ਅਸੀਂ ਮੰਦਰਾਂ 'ਚ ਜਾਂਦੇ ਹਾਂ ਕਰਦੇ ਹਾਂ ਪੂਜਾ ਕਰਦੇ ਹਾਂ ਉਹਦੀ ਵਹੁਟੀ ਨੂੰ ਮੈਂ ਦੇਵੀ ਤੋਂ ਵੀ ਵੱਧ ਦਰਜਾ ਦੇਣਾ ਉਸ ਔਰਤ ਨੇ ਮੱਥੇ ਤੇ ਕੋਈ ਸ਼ਿਕਨ ਨਹੀਂ ਪਾਈ ਕਿ ਇਹ ਕਿੱਥੋਂ 4-5 ਜਣੇ ਲੈ ਕੇ ਆ ਗਿਆ ਮਾਸਟਰ ਅੱਗੋਂ ਬਾਰਿਸ਼ਾਂ ਦੇ ਦਿਨ ਨੇ ਬਾਲਣ ਗਿੱਲਾ ਵੈਤ ਰੋਟੀ ਪਕਣੀ ਔਖੀ ਹੈ ਉਹਨੇ ਵਿਚਾਰੇ ਨੇ ਉਹ ਕਹਿੰਦਾ ਲੈ ਵੀ ਇਹ ਬੱਚੇ ਆਏ ਨੇ ਇਹਨਾਂ ਨੂੰ ਤੂੰ ਇੰਝ ਕਰ ਪਹਿਲਾਂ ਤੇ ਆਟਾ ਗੁੰਨ ਸੁੱਟ ਫਿਰ ਤੰਦੂਰ ਧਾ ਦੇ ਇੰਨੀ ਮੇਨ ਟਾਈਮ ਤੇ ਆਹ ਨੂੰ ਨਾਲ ਲਾ ਲੈ ਤੇ ਤੂੰ ਇਹ ਪੇੜੇ ਪੂੜੇ ਕਰ ਦਿੰਦੀ ਆ ਤੂੰ ਰੋਟੀਆਂ ਲਾ ਤੇ ਦਾਲ ਛੱਡ ਦੇ ਤੇ ਮੈਂ ਗਾਂ ਨੂੰ ਪੱਠੇ ਪਾ ਕੇ ਦੁੱਧ ਲਿਆ ਕੇ ਚੋ ਕੇ ਦੇਣਾ ਤੇ ਇਹਨਾਂ ਨੂੰ ਬੱਚਿਆਂ ਨੂੰ ਚਾਹ ਛਪਾ ਤੇ ਕੱਪੜੇ ਬਦਲਦੇ ਇਹਨਾਂ ਦੇ ਆ ਗਿੱਲੇ ਕੱਪੜੇ ਪਾਏ ਦੇ ਵਾਂ ਨਾਲ ਜੁੜੇ ਦੇ ਪਿੰਡੇ ਦੇ ਲਾ ਦੇ ਪੁੱਤਰ ਗਿੱਲੇ ਕੱਪੜੇ ਨਿਚੋੜ ਕੇ ਸੁੱਕਣੇ ਪਾ ਦੇ ਆਪਣੇ ਬੱਚਿਆਂ ਦੇ ਕੁਝ ਦਿੱਤੇ ਕੁਝ ਆਪਣੇ ਦਿੱਤੇ ਖੁੱਲੇ ਡੁੱਲੇ ਅਸੀਂ ਪਾ ਕੇ ਸੁੱਕੇ ਕੱਪੜੇ ਉਹਨੇ ਸਾਨੂੰ ਇੱਕ ਰਾਤ ਉੱਥੇ ਰੱਖਿਆ ਅੱਛਾ ਜੀ ਹਾਂ ਉਹਦੀ ਵਾਈਫ ਨੇ ਸਵੇਰੇ ਉੱਠਦਿਆਂ ਫਿਰ ਸਾਡੀ ਸੇਵਾ ਇਸ ਤਰ੍ਹਾਂ ਹੀ ਰੋਟੀ ਮੱਖਣ ਦੇ ਨਾਲ ਦਾਲ ਦੇ ਵਿੱਚ ਇਹ ਜੋ ਘਰ ਜੇ ਖਾਈ ਕਰਨ ਦੇ ਬਾਅਦ ਯਾਨੀ ਇੱਕ ਇੰਪੈਕਟ ਮੇਰੇ ਜ਼ਿਹਨ 'ਚ ਉਸ ਔਰਤ ਦੇ ਵਿੱਚ ਮਹਾਨਤਾ ਦਾ ਅਜੇ ਤੱਕ ਅਮਿਟ ਹੈ ਕਿ ਐਸੀ ਅੱਜ ਕੱਲ੍ਹ ਦੀ ਕਿਸੇ ਔਰਤ ਦੇ ਘਰ ਪ੍ਰਾਹੁਣਾ ਚਲਾ ਜੇ ਉਹਨੂੰ ਤਾਪ ਚੜ ਜਾਂਦਾ ਬਿਲਕੁਲ ਭਾਵੇਂ ਭਾਵੇਂ ਕਿੰਨਾ ਕਰੀਬੀ ਰਿਸ਼ਤੇਦਾਰੀ ਹੋਏ ਔਰ ਅਸੀਂ ਬਿਲਕੁਲ ਟੋਟਲੀ ਅਜਨਬੀ ਲੇਕਿਨ ਉਹਨੇ ਸਾਡੀ ਇੰਨੀ ਸੇਵਾ ਕੀਤੀ ਵਿਚ I can never forget in my life ਉਹਦਾ ਨਾਮ ਹੀ ਮੈਨੂੰ ਪਤਾ ਨਹੀਂ ਉਹ ਮਾਸਟਰ ਦਾ ਨਾਮ ਪਤਾ ਨਹੀਂ ਬਿਸ਼ਨਦਾਸ ਸੀ ਕਿ ਇੰਨਾ ਮੈਨੂੰ ਜ਼ਰੂਰ ਹੈ ਉਹਨੇ ਬੋਧੀ ਰੱਖੀ ਦੀ ਸੀ ਬ੍ਰਾਹਮਣ ਸੀ ਉਹ ਤੇ ਉਹ ਗਾਂ ਰੱਖੀ ਦੀ ਸੀ ਘਰ ਦੇ ਵਿੱਚ ਪਿੰਡ ਥੀਏਟਰ ਕੇ ਪੱਕਾ ਸੀ ਚਲੋ ਉੱਥੇ ਅਸੀਂ ਰਹੇ ਅਗਲੇ ਦਿਨ ਫਿਰ ਸਾਡੇ ਫਾਦਰ ਆਏ ਕਰਫਿਊ ਜੇ ਢਿੱਲ ਮਿਲੀ ਤੇ ਫਿਰ ਆ ਗਏ ਜੀ ਅਸੀਂ ਇਹ ਤੁਹਾਡਾ ਵਾਕਿਆ ਹੁਣ ਜਿੱਥੋਂ ਜ਼ਿਆਦਾ ਦੁਖਦਾਈ ਸ਼ੁਰੂ ਹੋਣਾ ਉਹ ਤੇ ਅਜੇ ਹੋਣਾ ਕਿ ਅਸੀਂ ਆ ਗਏ ਉੱਥੇ ਡੇਰੇ ਮੇਰੇ ਫਾਦਰ ਆਏ ਥੀਏਟਰ ਤੋਂ ਸਾਨੂੰ ਲੈ ਗਏ ਕਿਹਾ ਜੀ ਉਹ ਉੱਥੇ ਇਸ ਵੇਲੇ ਕਰਫਿਊ ਹਟਿਆ ਤੇ ਮੈਂ ਉੱਥੇ ਇੱਕ ਮਕਾਨ ਦੇਖਿਆ ਉਹ ਕਹਿੰਦੇ ਨੇ ਵੀ ਇਹ ਨਾਈਆਂ ਦਾ ਮਹੱਲਾ ਹੈ ਇੱਥੇ ਨਾਈ ਕੋਈ ਰਹਿੰਦਾ ਸੀ ਉਹਦਾ ਮਕਾਨ ਹੈ ਪਰ ਖਾਲੀ ਪਿਆ ਬਾਕੀ ਸਮਾਨ ਨਾਈਆਂ ਕੋਲ ਹੁੰਦਾ ਕੀ ਮਾਤਰ ਸਾਥੀ ਉਹਦਾ ਵੀ ਚੱਕ ਕੇ ਲੈ ਗਏ ਚੁੱਕ ਚੱਕ ਕੇ ਲੈ ਗਏ ਕੋਈ ਭਾਂਡਾ ਨਹੀਂ ਜੀ ਇੱਕ ਕਮਰਾ ਸੀ
ਤੇ ਇੱਕ ਉਹਦੇ ਨਾਲ ਬਾਥਰੂਮ ਬਣਿਆ ਦਾ ਤੇ ਇੱਕ ਨਲਕਾ ਲੱਗਾ ਦਾ ਸੀ। ਕਹਿੰਦੇ ਯਾਰ ਪੀਣ ਨੂੰ ਪਾਣੀ ਹੈਗਾ। ਇੱਕ ਨੁੱਕਰ ਦੇ ਵਿੱਚ ਨਾ ਕੋਈ ਅੱਧੀ ਕੁ ਬੋਰੀ ਦਾਣਿਆਂ ਦੇ ਘੁੰਗਣ, ਉਹ ਜਿਹੜੇ ਆ ਕਣਕ ਦੇ, ਉਹ ਅੱਧੀ ਬੋਰੀ ਕਣਕ ਦੀ ਪਈ ਦੀ, ਇੱਕ ਚਾਟੀ ਪਈ ਦੀ ਅੰਬ ਦੇ ਅਚਾਰ ਦੀ, ਉਹ ਤੇਲ ਪਾਇਆ ਦਾ ਉਸੇ ਤਰ੍ਹਾਂ ਹੀ ਉਹ ਸੀ ਨਾ ਅਗਸਤ ਦਾ ਮਹੀਨਾ, ਤਾਜ਼ਾ ਹੀ ਉਹ ਪਿਆ ਦਾ ਸੀ। ਉਹ ਕਹਿੰਦੇ ਲਓ ਬਣ ਗਿਆ ਕੰਮ, ਅੱਲਾ ਬੜਾ ਮਿਹਰਬਾਨ ਹੈ, ਉਹਨੇ ਤੁਹਾਡਾ ਕਰਦਾ ਜੇ ਵਸੀਲਾ। ਤੂੰ ਉਹਨੂੰ ਨੂੰਹ ਨੂੰ ਕਹਿੰਦੇ ਨੇ ਆ ਘੁੰਗਣੀਆਂ 'ਚ ਪਾਣੀ ਪਾ ਕੇ ਨਾ ਨਲਕੇ ਦਾ, ਥੱਲੇ ਆ ਪਿਲਸੀ ਪਾ ਕੇ ਤੇ ਇਹਨੂੰ ਜਰਾ ਉਬਾਲ ਲਿਆ ਤੇ ਘੁੰਗਣੀਆਂ ਬਣ ਜਾਣਗੀਆਂ। ਤੇ ਇਹਨਾਂ ਨੂੰ 2-2 ਬੁੱਕਾਂ ਘੁੰਗਣੀਆਂ ਦੇ ਨਾਲ ਇੱਕ ਫਾੜੀ ਜਾਂਦੀ ਦੇ, ਖਾ ਕੇ ਉੱਤੋਂ ਨਲਕੇ ਤੋਂ ਪਾਣੀ ਪੀ ਤੇ ਆਰਾਮ ਨਾਲ ਸੌਣ, ਰੈਸਟ ਕਰਨ, ਕੱਲ੍ਹ ਦਾ ਫੇਰ ਵੇਖਾਂਗੇ। ਉਹ ਅਸੀਂ ਖਾ ਕੇ ਘੁੰਗਣੀਆਂ ਤੇ ਉਹ ਤੇ ਉਦੋਂ ਤੇ ਅਸੀਂ ਰਾਤ ਕੱਢੀ। ਅਗਲੇ ਦਿਨ ਮੈਨੂੰ ਹੁਣ ਅਚੰਭੀ ਹੋਏ, ਸਵੇਰੇ ਉੱਠੇ ਵੀ ਮੈਂ ਬਾਹਰ ਜਾ ਕੇ ਵੇਖਾਂ ਇਹ ਕਿਹੋ ਜਿਹਾ ਸ਼ਹਿਰ ਹੈ। ਮੈਂ ਉੱਠਿਆ, ਮੈਂ ਬਾਹਰ ਨਿਕਲਿਆ ਤੇ ਅੱਗੇ ਦੇਖਦਾ ਕੀ ਆ, ਇੱਕ ਯੰਗ ਮੁੰਡਾ, ਉਹਨੇ ਹੱਥ ਦੇ ਵਿੱਚ ਦਰਾਟ ਫੜਿਆ ਦਾ, ਬੜਾ ਲੰਬਾ ਜਿਹਾ ਦਰਾਟ ਐ ਲਿਸ਼ਕਦਾ, ਤੇ ਉਹ ਲੰਘ ਰਿਹਾ ਤੇ ਪਾਇਆ ਜਾਂਦਾ ਵਾ ਅੱਗੇ ਕਲਾ ਨੂੰ ਉਹਨੂੰ। ਉੱਥੇ ਇੱਕ ਜਨਾਨੀ ਬੈਠੀ ਦੀ ਏ ਵਿਚਾਰੀ, ਬਜ਼ੁਰਗ ਕੋਈ ਅਧਕੜ ਜੇ ਹੈਂ, ਤੇ ਉਹ ਕਰਨ ਦੇ ਦੀ ਉੱਥੇ ਬੈਠੀ ਏ। ਉਹ ਆਇਆ ਤੇ ਕੋਲੋਂ, ਤੇ ਮੈਂ ਉੱਥੇ ਵੈਸੇ ਕੋਲੋਂ ਦੀ ਲੰਘ ਕੇ ਵੇਖਣ ਡਿਆ, ਉਹਨੇ ਉਹ ਦਰਾਟ ਕੱਢਿਆ ਤੇ ਉਹ ਮਾਰਨ ਲੱਗਿਆ। ਉਦੋਂ ਬਾਅਦ ਦੂਜਾ ਉਹਦਾ ਸਾਥੀ ਆ ਗਿਆ, ਉਹ ਕਹਿੰਦਾ ਠਹਿਰ ਜਾ, ਹੈਂ ਕੀ ਕਰਨ ਲੱਗਾ? ਉਹ ਕਹਿੰਦਾ ਯਾਰ ਐਵੇਂ ਇਹਦਾ ਸਾਹ ਨਹੀਂ ਨਿਕਲ ਰਿਹਾ, ਨਾ ਉਧਰ ਜੋਗੀ ਨਾ ਉਧਰ ਜੋਗੀ, ਮੈਂ ਕਿਹਾ ਇਹਨੂੰ ਪਾਰ ਹੀ ਕਰ ਦਿਆਂ। ਕਹਿੰਦਾ ਇਹਦੇ ਦਰਾਟ ਨਾਲ ਇਹ ਕਿੱਥੋਂ ਪਾਰ ਹੋਣੀ ਆ? ਉਹਨੇ ਆਪਣੀ ਉਹ ਕਿਰਪਾਨ ਕੱਢੀ, ਖਿੱਚੀ ਮਿਆਨ ਜੋ, ਖਿੱਚ ਕੇ ਮਾਰੀ ਉਹਦੇ ਵਿਚਾਰੀ ਦੇ ਉਹਦੇ। ਅੱਛਾ ਜੀ, ਤਲਵਾਰ ਜਿਹੜੀ ਮੁਸਲਮਾਨ ਨਹੀਂ ਸੀਗੇ ਬੈਠੇ, ਮੁਸਲਮਾਨੀ ਬੈਠੀ, ਉਹਨੂੰ ਤਲਵਾਰ ਮਾਰੀ। ਮੈਨੂੰ ਬੜਾ ਗੁੱਸਾ ਚੜਿਆ, ਮੈਂ ਬੱਚਾ ਸੀ, ਘਰ ਕੁਝ ਨਹੀਂ ਸਕਦਾ। ਤਲਵਾਰ ਮੈਂ ਉਹਨੇ ਜਿਸਲੇ ਮਾਰੀ ਨਾ, ਇੰਝ ਖਿੱਚੀ ਤੇ ਉਹ ਲਹੂ ਲਹਾਨ, ਉਹਨੇ ਉਹ ਤਲਵਾਰ ਜਿਹੜੀ ਹੈ ਉਹ ਉਹਨੂੰ ਜ਼ਮੀਨ ਸੀ ਗਿੱਲੀ, ਇੰਝ ਜ਼ਮੀਨ ਦੇ ਵਿੱਚ ਧੱਸ ਦਿੱਤਾ ਤੇ ਉਹ ਖੂਨ ਜਿਹੜਾ ਸੀ ਉੱਤੋਂ ਲੱਥ ਜਾਏ। ਫਿਰ ਖਿੱਚ ਲਿਆ, ਫਿਰ ਖਿੱਚ ਕੇ ਆਪਣੇ ਮਿਆਨ ਦੇ ਠੱਪ ਮਾਰੀ ਤੇ ਉਹ ਦੂਜਾ ਹੀ ਹੱਸਦਾ ਕਰਕੇ ਚਲਿਆ ਗਿਆ। ਮੈਂ ਦਿਲ 'ਚ ਇੰਨੀਆਂ ਕੁ ਲਾਹਨਤਾਂ ਪਾਈਆਂ ਉਸ ਬੰਦਿਆਂ ਨੂੰ। ਮੈਂ ਕਿਹਾ ਬੇਵਕੂਫੋ, ਤੁਸੀਂ ਉਸ ਨੂੰ ਵਿਚਾਰੀ ਨੂੰ ਬੇਗੁਨਾਹ ਦਾ ਇਹ ਜਿਹੜਾ ਕਤਲ ਕੀਤਾ, ਇਹ ਜਾਂ ਮੈਂ ਦੇਖਿਆ, ਮੈਂ ਤੇ ਕੁਝ ਨਹੀਂ ਕਰ ਸਕਦਾ, ਜਿਹੜਾ ਉੱਪਰ ਵਾਲਾ ਦੇਖਦਾ ਉਹ ਤੁਹਾਨੂੰ ਜ਼ਰੂਰ। ਇਹੋ ਜਿਹੀਆਂ ਗੱਲਾਂ ਨੂੰ ਕੋਈ ਨਹੀਂ ਸੀ ਉਸ ਵੇਲੇ ਮੰਨਦਾ ਤੇ ਸੁਣਦਾ, ਬਲਕਿ ਜੇ ਕੋਈ ਇਹੋ ਜਿਹੀ ਗੱਲ ਕਰਦਾ ਸੀ ਉਹਨੂੰ ਕਹਿੰਦੇ ਤੁਸੀਂ ਬਾਹਮਣ ਹੀ ਰਹਿਣਾ, ਤੁਸੀਂ ਸਾਰੀ ਉਮਰ ਆਪ ਵੀ ਕਾਇਰ ਦੂਜਿਆਂ ਨੂੰ ਵੀ ਕਾਇਰ ਬਣਾਉਂਦੇ ਹੋ। ਉਹੀ ਉਹਨਾਂ ਸਾਡੇ ਨਾਲ ਆ ਕੀਤਾ ਤੇ ਅਸੀਂ ਨਾ ਕਰੀਏ। ਤੇ ਆਖਣਾ ਜੇ ਕਰਨਾ ਹੀ ਹੈ ਤੇ ਫਿਰ ਤੁਸੀਂ ਉੱਥੇ ਜਾ ਕੇ ਕਿਸੇ ਯੰਗ ਬੰਦੇ ਨਾਲ ਲੜੋ ਨਾ, ਜਿਹੜੇ ਜੱਥੇ ਆ ਉਹਨਾਂ ਨੂੰ ਮੋੜੋ ਨਾ ਵੀ ਉਹ ਨਾ ਲੁੱਟ ਮਾਰ ਕਰਨ। ਪਰ ਨਹੀਂ, ਉਸ ਵੇਲੇ ਜੀ ਇਨਸਾਨੀਅਤ ਇਸ ਹੱਦ ਤੱਕ ਗਿਰ ਗਈ ਸੀ। ਇਸੇ ਤਰ੍ਹਾਂ ਫਿਰ ਅਸੀਂ ਉੱਥੋਂ ਨਿਕਲ ਕੇ ਨਾ ਅਗਲੇ ਦਿਨ ਮੇਰੇ ਫਾਦਰ ਕਹਿੰਦੇ ਅਸੀਂ ਬਟਾਲੇ ਜਾਂਦੇ ਹਾਂ, ਇਹ ਤੇ ਛੋਟਾ ਜਿਹਾ ਕਸਬਾ ਵਾ। ਹਾਂਜੀ ਬਾਬੇ, ਤੁਹਾਡੀ ਗੱਲ ਟੁਕਦਾ, ਤੁਸੀਂ ਦੱਸਿਆ ਵੀ ਤੁਹਾਡੀ ਮਾਤਾ ਜੀ ਜਿਹੜੇ ਸੀਗੇ ਨਾ ਉਹ ਪਿੰਡ ਰਹਿ ਗਏ ਸੀ, ਉਹ ਉੱਥੇ ਹੀ ਨੇ। ਉਹ ਮੈਂ ਦੱਸਦਾ ਨਾ, ਉਹ ਬਾਹਰ ਜੇ ਆਏ ਨੇ, ਇਹ ਜਾ ਨਹੀਂ ਸਕੇ, ਅਸੀਂ ਮੇਰੇ ਫਾਦਰ ਵਾਪਸ ਨਹੀਂ ਜਾ ਸਕੇ। ਉੱਥੋਂ ਦੇ ਜਿਹੜੇ ਹਿੰਦੂ ਰਹਿ ਗਏ ਸੀ ਬ੍ਰਹਮਪੁਰਾ ਮਹੱਲਾ ਦੇ, ਉਹ ਜਨਾਨੀਆਂ, ਬੰਦੇ, ਬੱਚੇ, ਉਹਨਾਂ ਨੇ ਇਹ ਸਲਾਹ ਕੀਤੀ, ਜਿਨ੍ਹਾਂ 'ਚ ਸਾਡੀ ਮਦਰ ਵੀ ਸ਼ਾਮਲ ਸੀ, ਕਿ ਵੀ ਜੀ ਤੁਸੀਂ ਜੋ ਆਪਣਾ ਛੋਟਾ ਮੋਟਾ ਚੁੱਕ ਸਕਦੇ ਹੋ ਥੈਲਾ ਸਮਾਨ, ਉਹ ਇਹ ਨਹੀਂ ਪੰਡ ਕੋਈ ਤੁਹਾਡੀ ਕਿਸੇ ਨਹੀਂ ਚੁੱਕਣੀ, ਉਹ ਤੁਸੀਂ ਲੈ ਕੇ ਕੈਂਪ 'ਚ ਆ ਜਾਓ। ਗੱਡੀ ਜਾਣੀ ਹੈ ਨਾਰੋਵਾਲ ਟੂ ਡੇਰਾ ਬਾਬਾ ਨਾਨਕ, ਤੁਸੀਂ ਉਹਦੇ ਵਿੱਚ ਸਵਾਰ ਹੋ ਕੇ ਅਸੀਂ ਇੰਡੀਆ ਜਾਣਾ ਤੇ ਤੁਸੀਂ ਸੇਫ ਰਹੋਗੇ। ਸਾਡੀ ਮਦਰ ਤੇ ਮੇਰੀ ਛੋਟੀ ਸਿਸਟਰ ਜਿਹੜੀ ਕੁਛੜ ਸੀ, ਉਹ ਲੈ ਕੇ ਵਿਚਾਰੀ ਇੱਕ ਗੱਠੜੀ ਤੇ ਉਹ ਉਸ ਗੱਡੀ ਦੇ ਵਿੱਚ ਆਈ। ਉਸ ਗੱਡੀ ਦੇ ਵਿੱਚ ਸਾਡਾ ਇੱਕ ਰਿਸ਼ਤੇਦਾਰ, ਉਹਦਾ ਨਾਂ ਸੀ ਹੇਮਰਾਜ, ਮੈਂ ਉਹਦਾ ਵੀ ਨਾਂ ਨਹੀਂ ਅੱਜ ਤੱਕ ਭੁੱਲ ਪਾਇਆ। ਉਹ ਸਿਪਾਹੀ ਸੀ ਪੰਜਾਬ ਪੁਲਿਸ ਦਾ, ਉਧਰ ਵੀ ਉਹਨੇ ਕਿਤੇ ਪਛਾਣ ਲਿਆ ਉਹਨਾਂ ਨੂੰ, ਉਹਨੇ ਪੈਰੀ ਪੈਣਾ ਕੀਤਾ। ਉਹ ਪੁੱਛੇ ਬਾਕੀ ਦੇ ਜੀ ਕਿੱਥੇ ਨੇ? ਉਹ ਡਰ ਗਿਆ ਕਿ ਮਾਰੇ ਹੀ ਨਾ ਗਏ ਹੁਣ ਸਾਡੇ ਫਾਦਰ ਹੀ ਉਹ ਮਾਮਾ ਲੱਗਦਾ ਸੀ ਸਾਡਾ। ਤੇ ਉਹ ਕਹਿੰਦੇ ਵੀ ਉਹ ਉੱਥੇ ਪਹੁੰਚ ਗਏ ਨੇ ਡੇਰੇ, ਸੁਣਿਆ ਪਹੁੰਚੇ ਨੇ, ਤੇ ਗੱਡੀ ਡੇਰੇ ਜਾਣੀ ਆ। ਕਹਿੰਦੇ ਫਿਰ ਤੁਸੀਂ ਕਿਸ ਤਰ੍ਹਾਂ ਉਹਨਾਂ ਨੂੰ ਲੱਭੋਗੇ? ਤੇ ਕਹਿੰਦੇ ਤੇਰੇ ਨਾਲ, ਕਹਿੰਦਾ ਮੇਰੇ ਵੀ ਜੀ ਕਿਤੇ ਪਹਿਲਾਂ ਨਿਕਲ ਗਏ ਦੇ, ਮੈਂ ਤੇ ਇਕੱਲਾ ਹੀ ਹਾਂ। ਕਹਿੰਦੇ ਫਿਰ ਤੂੰ ਸਾਡੇ ਨਾਲ ਰਹੋ, ਸਾਨੂੰ ਉਹਨਾਂ ਨੂੰ ਮਿਲਾ ਦੇਈਂ ਤੇ ਫਿਰ ਭਾਵੇਂ ਚਲੇ ਜਾਈਂ। ਕਹਿੰਦਾ ਕੋਈ ਗੱਲ ਨਹੀਂ।
ਉਹ ਹੇਮਰਾਜ ਮਾਮਾ ਸਾਡਾ ਤੇ ਉਹ ਸਾਡੀ ਮਦਰ ਜਿਸ ਵੇਲੇ ਉਹ ਗੱਡੀ ਉਧਰੋਂ ਆਈ ਹੈ ਨਾ, ਤੇ ਇੱਧਰ ਦੇ ਲੋਕ ਜਿਹੜੇ ਵਿਛੜੇ ਦੇ ਆਏ ਸੀ ਡੇਰੇ ਦੇ, ਉਹਨਾਂ ਨੂੰ ਇਹ ਖਬਰ ਮਿਲ ਗਈ ਕਿ ਗੱਡੀ ਨਾਰੋ ਵੱਲੋਂ ਆਈ ਹੈ ਜੀ। ਔਰ ਉਹਦੇ ਵਿੱਚੋਂ ਸਾਡੇ ਫਾਦਰ ਗਏ ਤੇ ਉਹ ਮਦਰ ਤੇ ਉਹਨੇ ਹੇਮਰਾਜ ਨੇ ਪਛਾਣ ਲਿਆ ਦੂਰੋਂ ਹੀ, ਉਹ ਉਹਨਾਂ ਨੂੰ ਲੈ ਕੇ ਡੇਰੇ ਬਾਬੇ ਨਾਨਕ ਮੇਲ ਹੋਇਆ ਨਾ, ਮੇਲ ਹੋ ਗਿਆ। ਉੱਥੋਂ ਫਿਰ ਅਸੀਂ ਕਲਾਨੌਰ ਆਏ। ਕਲਾਨੌਰ ਅਸੀਂ ਰਹੇ ਕੋਈ ਤਕਰੀਬਨ 1 ਮਹੀਨਾ। ਜਿਸ ਵੇਲੇ 1 ਮਹੀਨਾ ਉੱਥੇ ਰਹੇ ਤੇ ਉੱਥੇ ਵੀ ਇਹ ਆਲਮ ਸੀ ਕਿ ਕੋਈ ਹਕੀਮ ਸਾਹਿਬ ਸਨ, ਉਹਨਾਂ ਦਾ ਮਕਾਨ ਸੀ ਅੱਛਾ, ਉਹ ਸਾਨੂੰ ਅਲਾਟ ਹੋਇਆ, ਉਹਦੇ ਵਿੱਚ ਅਸੀਂ ਰਹੇ ਮਹੀਨਾ। ਤੇ ਇੱਧਰੋਂ ਜਿਹੜੇ ਸਾਡੇ ਰਿਸ਼ਤੇਦਾਰ ਮਛਾਣਿਆਂ ਦੇ ਸੀ ਨਾ, ਪ੍ਰਕਾਸ਼, ਮੋਹਨ, ਹਾਂਜੀ, ਹੋਰ ਕਈ ਜੀ ਸਨ, ਛੋਟੇ ਛੋਟੇ ਜਨਾਨੀਆਂ, ਉਹ ਵਿਚਾਲੇ ਸਮਰਾਵਾਂ ਪਿੰਡ ਇੱਥੇ ਬੈਠੇ ਸੀ ਆ ਕੇ, ਜੱਟਾਂ ਦੇ ਨਾਲ ਤੇ ਦੂਜੇ ਹਿੰਦੂਆਂ ਨਾਲ। ਉਹ ਉੱਥੇ ਬੈਠੇ, ਉੱਥੋਂ ਉੱਠ ਕੇ ਤੇ ਉਹ ਫਤਿਹਗੜ੍ਹ ਆ ਗਏ। ਅੱਛਾ ਜੀ। ਫਤਿਹਗੜ੍ਹ ਦੇ ਵਿੱਚ ਇੱਕ ਜਾ ਕੇ ਮੁਸਲਮਾਨਾਂ ਦਾ ਚੁਬਾਰਾ ਜਿਹਾ ਸੀ ਛੋਟਾ ਜਿਹਾ ਕਮਰੇ ਦੇ ਵਿੱਚ, ਉੱਥੇ ਉਹਨਾਂ ਸਮਾਨ ਟਿਕਾ ਕੇ ਬਹਿ ਗਏ। ਉਹਨਾਂ ਨੂੰ ਖਬਰ ਹੋ ਗਈ ਕਿ ਅਸੀਂ ਉਹਨਾਂ ਦੇ ਰਿਲੇਟਿਵ ਜਿਹੜੇ ਨੇ ਉਹ ਨਾ ਕਲਾਨੌਰ ਆ ਕੇ ਬੈਠੇ ਆ। ਉਹ ਫਿਰ ਇੱਕ ਦਿਨ ਉਹਨਾਂ ਨੇ ਨਾ, ਮੈਨੂੰ ਉਹ ਵੀ ਵੇਲਾ ਯਾਦ ਹੈ ਕਿ ਉਹਨਾਂ ਕਿਰਪਾਨ ਦੇ ਉੱਤੇ, ਉਹਨਾਂ ਕੋਲ ਵੀ ਕਿਰਪਾਨ ਸੀ ਤੇ ਮਿਆਨ ਹੈ ਨਹੀਂ ਸੀ, ਉੱਤੇ ਪੱਗ ਵਲੇਟੀ ਦੀ ਸੀ। ਤੇ ਇੱਥੇ ਇੱਕ ਨਾ ਪੀਲੇ ਜਿਹੇ ਰੰਗ ਦਾ ਮੋਢੇ ਤੇ ਬਿੱਲਾ ਲਾਇਆ ਦਾ ਸੀ ਵੀ ਹਿੰਦੂ ਹੈ। ਹੈਂ, ਅੱਗੇ ਲਾਉਂਦੇ ਸੀਗੇ, ਲਾਉਂਦੇ, ਕਾਲਾ ਬਿੱਲਾ ਮੁਸਲਮਾਨ ਲਾਉਂਦੇ ਸੀ ਤੇ ਪੀਲਾ ਜਿਹੜਾ ਸੀ ਕੇਸਰੀ ਰੰਗ ਦਾ ਉਹ ਹਿੰਦੂ ਸਿੱਖ ਲਾਉਂਦੇ ਸੀ, ਕਿ ਵੀ ਪਤਾ ਲੱਗੇ ਕਿ ਪਛਾਣ ਦੇ ਕਿ ਕੋਈ ਗੈਰ ਨਾ ਵਿੱਚ। ਨਹੀਂ ਤਾਂ ਹਿੰਦੂ ਤੇ ਮੁਸਲਮਾਨ ਦੀ ਕੀ ਪਛਾਣ ਕੀਤੀ ਜਾ ਸਕਦੀ ਹੈ ਜੇ ਕੋਈ। ਉਹ ਨਾ ਆ ਗਏ ਤੇ ਪੁੱਛਦਾ ਤੇ ਮੇਰੀ ਮਦਰ ਕਹਿੰਦੀ ਇਹ ਬਾਹਰ ਬੰਦਾ ਆਇਆ, ਉਹਦੇ ਕੋਲ ਤਲਵਾਰ ਹੈ ਤੇ ਉੱਤੇ ਪੱਗ ਵਲੇਟੀ ਦੀ ਹੈ, ਪਰ ਬਿੱਲਾ ਉਹਦਾ ਜਿਹੜਾ ਉਹ ਹਿੰਦੂਆਂ ਵਾਲਾ, ਜਾਂ ਪਤਾ ਕਰਕੇ ਆ ਕੌਣ ਹੈ, ਤੇ ਨੇੜੇ ਨਾ ਕਹੀਂ ਦੂਰੋਂ ਖਲੋ ਕੇ ਕਹੀਂ ਕਿਹਨੂੰ ਮਿਲਣਾ। ਮੈਂ ਕਿਹਾ ਬੜੇ ਸਤਰਕ ਸਨ ਲੋਕ, ਬੰਦੇ ਤੋਂ ਬੰਦਾ ਡਰਦਾ ਸੀ। ਮੈਂ ਗਿਆ, ਮੈਂ ਜਾ ਕੇ ਕਹਿੰਦਾ ਮੈਂ ਪਛਾਣ ਲਿਆ। ਮੈਂ ਕਿਹਾ ਭਾਜੀ ਪੈਰੀ ਪੈਂਦੇ ਆ। ਕਹਿੰਦਾ ਜੂੰਦੇ ਰਹੋ, ਕਿਹਾ ਹੈ ਕਿੱਥੇ ਨੇ ਭਰਾਵਰੀ, ਕਿੱਥੇ ਨੇ? ਮੈਂ ਕਿਹਾ ਉਹ ਤੇ ਬਾਹਰ ਗਏ ਨੇ, ਕਿ ਮੱਝ ਵੇਖਣ ਗਏ ਸੀ। ਕਹਿੰਦਾ ਅੱਛਾ। ਉਹ ਆਏ ਤੇ ਉਹ ਮੇਲ ਹੋ ਗਿਆ। ਉਹ ਆਖਣ ਲੱਗੇ ਕਿ ਵੀ ਅਸੀਂ ਉੱਥੇ ਹਾਂ, ਤੁਸੀਂ ਇੱਥੇ ਹੋ। ਇਹ ਜ਼ਮਾਨਾ ਇਹੋ ਜਿਹਾ ਕਿ ਅਸੀਂ ਇਕੱਠੇ ਇੱਕ ਥਾਂ ਬੈਠੀਏ। ਤੇ ਫਤਿਹਗੜ੍ਹ ਚੂੜੀਆਂ ਅੱਛਾ ਕਸਬਾ ਹੈ, ਤੁਸੀਂ ਛੱਡੋ ਬਟਾਲੇ ਨੂੰ। ਬਟਾਲੇ ਸਾਨੂੰ ਇੰਨਿਆਂ ਜਣਿਆਂ ਨੂੰ ਕਿੱਥੋਂ ਮਕਾਨ ਮਿਲ ਜਾਣੇ? ਇੱਥੇ ਤੁਸੀਂ, ਸਾਨੂੰ ਤਾਂ ਮਿਲਿਆ ਦਾ ਹੀ ਹੈ, ਤੁਹਾਡੇ ਜੋਗਾ ਲੱਭ ਲਾਂਗੇ ਇੱਕ ਮਕਾਨ, ਤੁਸੀਂ ਉੱਥੇ ਆ ਜਾਓ। ਉਹ ਫਿਰ ਉਹਨਾਂ ਨਾਲ ਇੱਥੇ ਆਏ। ਇੱਥੋਂ ਦੇ ਰਈਸ ਸਨ ਦੀਵਾਨ ਦਿਲਬਾਗ ਰਾਏ, ਆਨਰੇਰੀ ਮੈਜਿਸਟ੍ਰੇਟ ਸਨ। ਉਹ ਰਿਲੀਫ ਕਮੇਟੀ ਦੇ ਚੇਅਰਮੈਨ ਸਨ। ਉਹਨਾਂ ਨੇ ਸਾਡੇ ਫਾਦਰ ਮਿਲੇ ਉਹਨਾਂ ਨੂੰ ਕਿਹਾ ਜੀ ਮੈਂ ਇਸ ਤਰ੍ਹਾਂ ਨਾਰੋਵਾਲ ਤੋਂ ਰਿਫਿਊਜੀ ਹਾਂ ਤੇ ਮੈਨੂੰ ਮਕਾਨ ਚਾਹੀਦਾ। ਉੱਤੇ ਉਹਨਾਂ ਨੇ ਕਿਹਾ ਸਾਹਮਣੇ ਬਿਲਕੁਲ ਆ ਦਫ਼ਤਰ ਜਿਹੜਾ ਸਕੂਲ ਹੈ ਨਾ ਬਾਜ਼ਾਰ ਜੀ, ਇਹਦੇ ਸਾਹਮਣੇ ਆ ਗਲੀ ਪੈਂਦੀ। ਕਹਿੰਦਾ ਸਾਹਮਣੇ ਗਲੀ ਦੇ ਵਿੱਚ ਇੱਕ ਮਕਾਨ ਖਾਲੀ ਹੈ, ਉਹ ਦੇਖ ਲਓ ਜੇ ਤੁਹਾਨੂੰ ਪਸੰਦ ਹੈ। ਆਹ ਮਕਾਨ ਜਿਹੜਾ ਸੀ ਜਿੱਥੇ ਹੁਣ ਤੁਸੀਂ ਅੰਦਰ ਗਏ ਸੀ, ਇਹ ਮਕਾਨ ਉਦੋਂ ਹੋਰ ਤਰ੍ਹਾਂ ਦਾ ਸੀ, ਡਬਲ ਸਟੋਰੀ ਬਣਿਆ ਦਾ ਸੀ ਲੇਕਿਨ ਸਾਫ਼ ਸੁਥਰਾ। ਮੇਰੇ ਫਾਦਰ ਕਹਿੰਦਾ ਜੀ ਫਿਲਹਾਲ ਸਾਨੂੰ ਉਹੋ ਹੀ ਦੇ ਦਿਓ, ਬਾਅਦ ਜੋ ਵੇਖੀ ਜਾਏਗੀ ਆਪੇ। ਇਹ ਮਹੱਲੇ ਦਾ ਕੀ ਨਾਮ ਬੋਲਦੇ ਸੀਗੇ? ਇਸ ਮਹੱਲੇ ਦਾ ਨਾਂ ਮੁਖਤਲਿਫ ਰਿਵਾਇਤਾਂ ਨੇ। ਕੋਈ ਕਹਿੰਦਾ ਇਹ ਲੁਹਾਰਾਂ ਵਾਲੀ ਗਲੀ ਸੀ, ਕੋਈ ਕਹਿੰਦਾ ਜਿਵੇਂ ਉਹ ਬੱਚੇ ਨੇ ਦੱਸਿਆ ਖਾਜਿਆਂ ਵਾਲੀ ਗਲੀ ਸੀ, ਖੋਜਿਆਂ ਵਾਲੀ ਗਲੀ। ਤੋ ਇਸ ਤਰ੍ਹਾਂ ਦਾ ਵੀ ਪੱਕਾ ਨਹੀਂ ਹੈ, ਲੇਕਿਨ ਸੀ ਇਹ ਸਾਰੇ ਘਰ ਜਿਹੜੇ ਨੇ ਉਹ ਮੁਸਲਮਾਨਾਂ ਦੇ ਸਨ। ਉਹਨਾਂ ਵਿੱਚੋਂ ਕੋਈ ਮਿਸਤਰੀ ਹੋ ਸਕਦੇ ਨੇ, ਲੋਹਾਰ ਹੋਣ ਜਾਂ ਖਾਜੇ ਹੋਣ, ਮੈਨੂੰ ਪੱਕਾ ਪਤਾ ਨਹੀਂ ਕੌਣ। ਇੱਥੇ ਉਹਨਾਂ ਨਾਲ ਇੱਥੇ ਆ ਕੇ ਫਿਰ ਉਹ ਚਲੇ ਗਏ ਸਨ ਇੱਥੋਂ ਵਿਚਾਰੇ। ਠੀਕ ਹੈ। ਮੁਸਲਮਾਨ ਚਲੇ ਇੱਥੋਂ, ਐਕਸੋਡਸ ਹੋ ਗਿਆ ਸੀ, ਉਹ ਨਿਕਲ ਕੇ ਪਾਕਿਸਤਾਨ ਚਲੇ ਗਏ। ਹਾਂ, ਘਰ ਖਾਲੀ ਸਨ, ਕੁਝ ਲੋਕਾਂ ਨੂੰ ਅਲਾਟ ਹੋਏ ਸੀ ਰਿਫਿਊਜੀਆਂ ਨੂੰ। तो शुरू ये बड़ी जिल्लत भी उठानी पई कि रिफ्यूजी का लफज बड़ा एक लेबल सी कि पनाही है, पनाहगीर है। आ पनाही आ जाते ने, इन्हों ने गंद पाता, बड़िया वो गल्लां सुनिया। इत्थों के माड़े माड़े लोगों ने भी उन्होंने नाल सलूक ठीक नहीं, बोली भी नहीं सी रलदी। हुण साडी बोली जिहड़ी है वो मरकजी पंजाबी, लाहौर, सियालकोट, गुजरांवाला, वजीराबाद, शेखूपुरा
ਉਹਨਾਂ ਇਲਾਕਿਆਂ ਦੀ ਬੋਲੀ ਉਹ ਥੋੜੀ ਜਿਹੀ ਉਰਦੂ ਨੁਮਾ ਬੋਲੀ ਹੈ। ਹਾਂਜੀ ਇਧਰ ਦੀ ਜਿਹੜੀ ਇਹ ਅਗਾੜੀ ਪਛਾੜੀ ਫਿਰਦੀ ਇਹ ਲਫ਼ਜ਼ ਸਾਡੇ ਲਈ ਨਵੇਂ ਸੀ। ਇਹ ਇੱਧਰ ਆ ਕੇ ਹਾਂ ਸੁਣਿਆ ਸਾਨੂੰ ਬੜਾ ਅਜੀਬ ਲੱਗਾ। ਮੈਂ ਤੇਰੀ ਵੱਲ ਗਿਆ ਸੀ, ਉਹ ਕਹਿੰਦੇ ਬਈ ਯਾਰ ਕਿਹੋ ਜਿਹੀਆਂ ਗੱਲਾਂ ਕਰਦੇ ਨੇ। ਰਿਸ਼ਤਾ ਕਰਨ ਲੱਗਿਆਂ ਬੜੀ ਦਿੱਕਤ ਆਉਂਦੀ ਸੀ ਵੀ ਇਹ ਉਹ ਕਰ ਤੇ ਲਈਏ, ਉਹ ਮੁੰਡਾ ਵੀ ਚੰਗਾ ਪਰ ਉਹ ਹੈ ਪਨਾਈ ਨੇ। ਜਿਸ ਤਰ੍ਹਾਂ ਪਾਕਿਸਤਾਨ 'ਚ ਮਹਾਜਰਾਂ ਦੇ ਨਾਲ ਸਲੂਕ ਹੁੰਦਾ ਕਿ ਵੀ ਇਹ ਮਹਾਜਰ ਨੇ, ਜਿਸ ਤਰ੍ਹਾਂ ਕੋਈ ਹੋਰ ਕੌਮ ਹੈ, ਹਾਲਾਂਕਿ ਉਹਨਾਂ ਵੀ ਕੁਰਬਾਨੀ ਕੀਤੀ, ਉਹ ਵੀ ਮੁਸਲਮਾਨ ਹੈ, ਉਹ ਵੀ ਮੁਸਲਮਾਨ ਨੇ। ਹੁਣ ਜਾ ਕੇ ਨਾ ਤੇ ਹੁਣ ਰਿਸ਼ਤੇ ਇੱਧਰ ਉੱਧਰ ਹੋਣ ਲੱਗੇ, ਲੋਕਲ ਪਲੱਸ ਰਿਫਿਊਜੀ ਸਾਰੇ ਮਿਕਸ ਹੋ ਗਏ। ਮਤਲਬ ਅਵੇਅਰਮੈਂਟ ਆਈ ਹੈ ਨਾ, ਅਵੇਅਰਮੈਂਟ ਹੋ ਗਈ। ਤਸਰਨ ਤੁਹਾਨੂੰ ਦੱਸਦਾ ਕਿ ਇੱਥੇ ਆਏ ਤੇ ਇੱਥੇ ਇਸਲਾਮੀਆ ਹਾਈ ਸਕੂਲ ਮੁਸਲਮਾਨ ਛੱਡ ਕੇ ਚਲੇ ਗਏ ਸੀ। ਉਸ ਸਕੂਲ ਦੇ ਵਿੱਚ ਜ਼ਿਲ੍ਹਾ ਗੁਜਰਾਤ ਪਾਕਿਸਤਾਨ ਤੋਂ ਲਾਲਾ ਮੂਸਾ ਇੱਕ ਜਗ੍ਹਾ ਹੈ, ਲਾਲਾ ਮੂਸਾ ਦੇ ਸਨਾਤਨ ਧਰਮ ਸੁਸਾਇਟੀ ਸੀ, ਉੱਥੇ ਉਹਨਾਂ ਦਾ ਸਕੂਲ ਸੀ। ਉਹ ਇੱਥੇ ਆਏ ਤੇ ਉਹਨਾਂ ਨੇ ਉਹ ਇਸਲਾਮੀਆ ਸਕੂਲ ਅਲਾਟ ਕਰਾ ਕੇ ਉਹਦੇ ਜੇ ਲਾਲਾ ਮੂਸਾ ਸਨਾਤਨ ਧਰਮ ਹਾਈ ਸਕੂਲ ਐਸਟੈਬਲਿਸ਼ ਕੀਤਾ। ਮੈਂ 9ਵੀਂ 10ਵੀਂ 8ਵੀਂ ਇੱਥੋਂ ਪਾਸ ਕੀਤੀ। ਪਾਸ ਕਰਨ ਦੇ ਬਾਅਦ ਫਿਰ ਮੈਂ ਆਪਣੇ ਤੌਰ ਤੇ ਅਦੀਬ ਆਲਮ, ਅਦੀਬ ਫਾਜ਼ਲ, BA MA ਖੁਦ ਕੀਤੇ ਪ੍ਰਾਈਵੇਟਲੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ। MA ਕਰਨ ਦੇ ਬਾਅਦ ਫਿਰ ਮੈਂ ਆਲ ਇੰਡੀਆ ਰੇਡੀਓ ਦੇ ਵਿੱਚ ਸਰਵਿਸ ਸ਼ੁਰੂ ਕੀਤੀ। ਉਹਦੇ ਵਿੱਚ ਤਰੱਕੀ ਕਰਦਿਆਂ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਤੋਂ ਟੈਸਟ ਪਾਸ ਕਰਕੇ ਮੈਂ ਡਾਇਰੈਕਟ ਪ੍ਰੋਗਰਾਮ ਅਫਸਰ ਬਣ ਕੇ ਸ੍ਰੀਨਗਰ ਗਿਆ, ਉੱਥੇ ਸਰਵਿਸ ਕੀਤੀ। ਫਿਰ ਬਦਲੀ ਹੋਈ, ਅੱਗੇ ਤਰੱਕੀ ਹੋਈ, ਫਿਰ ਦਿੱਲੀ ਆਇਆ, ਉੱਥੇ ਕਾਫੀ ਦੇਰ ਰਿਹਾ, ਨਜੀਬਾਬਾਦ ਰਿਹਾ ਕੁਛ ਦੇਰ। ਇਸ ਤਰ੍ਹਾਂ ਮੁਖਤਲਿਫ ਥਾਵਾਂ 'ਤੇ ਨੌਕਰੀ ਕਰਦਿਆਂ ਫਿਰ ਦਿੱਲੀ ਤੋਂ ਹੀ 1993 ਮਾਰਚ 1993 ਜੇ ਮੈਂ ਬਹਸੀਅਤ ਸਟੇਸ਼ਨ ਡਾਇਰੈਕਟਰ ਆਲ ਇੰਡੀਆ ਰੇਡੀਓ ਰਿਟਾਇਰ ਹੋ ਗਿਆ। ਔਰ ਕਿਉਂਕਿ ਮੇਰੀ ਉਰਦੂ ਦੀ ਤਾਲੀਮੋ ਤਰਬੀਅਤ ਸ਼ੁਰੂ ਤੋਂ ਸੀ ਤੇ ਇਕਤਸਾਬੀ ਤੌਰ ਤੇ ਪੜ੍ਹਾਈ ਵੀ ਮੈਂ ਜ਼ਿਆਦਾ ਉਰਦੂ ਜੇ ਆਲਮ ਫਾਜ਼ਲ ਔਰ MA ਕੀਤਾ ਸੀ ਤੇ ਸ਼ਾਇਰੀ ਨਾਲ ਮੇਰੀ ਦਿਲਚਸਪੀ ਬਹੁਤ ਜ਼ਿਆਦਾ ਸੀ। ਤਾਂ ਮੈਂ ਸ਼ੇਰ ਕਹਿੰਦਾ ਹੁੰਦਾ ਸੀ, ਉਹ ਹੌਲੀ ਹੌਲੀ ਮੈਂ ਉਹਦੇ ਵਿੱਚ ਕੁਝ ਮਹਾਰਤ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। ਕਿਤਾਬਾਂ ਇੱਕ ਤੋਂ ਛਪੀਆਂ, ਉਹਨਾਂ 'ਤੇ ਇਨਾਮ ਸ਼ਨਾਮ ਮਿਲੇ, ਕੁਝ ਸੁਸਾਇਟੀਆਂ ਨੇ ਵੀ ਆਨਰ ਕੀਤਾ, ਤਾਂ ਮੇਰਾ ਹੌਸਲਾ ਅਫਜ਼ਾਈ ਹੋਈ ਤੇ ਟੈਲੀਵਿਜ਼ਨ ਤੇ ਰੇਡੀਓ ਤੇ ਦੂਜੇ ਮੁਸ਼ਾਇਰਿਆਂ ਮਸ਼ਹੂਰਿਆਂ 'ਚ ਸ਼ਿਰਕਤ ਕਰਨ ਦਾ ਮੌਕਾ ਮਿਲਿਆ। ਤਾਂ ਇਸ ਤਰ੍ਹਾਂ ਮੇਰਾ ਰਸ਼ਕ ਤਖੱਲਸ ਹੈ। ਤੇ ਹੁਣ ਮੇਰਾ ਨਾਂ ਜਿਹੜਾ ਕਲਮੀ ਨਾਮ ਹੈ ਉਹ ਸੁਦੇਵ ਸ਼ਰਮਾ ਰਸ਼ਕ ਦੇ ਨਾਂ ਨਾਲ ਤੁਹਾਡੇ ਇਸ YouTube ਤੇ ਵੀ ਅਕਸਰ ਦੇਖਣ ਨੂੰ ਮਿਲਦਾ ਹੋਏਗਾ। ਉਹ ਮੈਂ ਭੇਜਦਾ ਰਹਿਣਾ ਆਪਣਾ ਕਲਾਮ ਤੇ ਆਪਣਾ ਸ਼ੌਕ ਪੂਰਾ ਕਰਦਾ। ਠੀਕ ਹੈ ਜੀ। ਤੇ ਤੁਸੀਂ ਸਾਨੂੰ ਕੁਝ ਸੁਣਾਓ ਜਰਾ, ਜਿਹੜਾ ਤੁਹਾਡੀਆਂ ਮਤਲਬ ਵਧੀਆ ਰਚਨਾਵਾਂ ਨੇ। ਦੇਖੋ, ਵਧੀਆ ਘਟੀਆ ਰਚਨਾਵਾਂ ਕਦੀ ਅਸੀਂ ਫਰਕ ਨਹੀਂ ਕਰਦੇ, ਕਿਉਂਕਿ ਜਿਹੜਾ ਲੇਖਕ ਹੁੰਦਾ ਹੈ ਉਹਦੀ ਕੋਸ਼ਿਸ਼ ਹੁੰਦੀ ਹੈ ਜਿਹੜੀ ਵੀ ਰਚਨਾ ਕਰੇ ਉਹ ਵਧੀਆ ਤੋਂ ਵਧੀਆ ਕਰੇ। ਇਹ ਵੱਖਰੀ ਗੱਲ ਹੈ ਸਰੋਤਿਆਂ, ਮੈਂ ਦੱਸਦਾ, ਜਿਹੜੀ ਸਰੋਤਿਆਂ ਤੱਕ ਪਹੁੰਚਦੀ ਹੈ, ਸਾਮੀਨ ਤੱਕ ਜਿਹੜੀ ਚੀਜ਼ ਪਹੁੰਚਦੀ ਹੈ, ਜਿਹੜੀ ਉਹਨਾਂ ਨੂੰ ਪਸੰਦ ਆਉਂਦੀ ਹੈ ਤੇ ਉਹਦੇ ਤੇ ਉਹ ਖੂਬ ਖੁੱਲ੍ਹ ਕੇ ਦਾਦ ਦਿੰਦੇ ਨੇ, ਉਹ ਸਾਡਾ ਫੀਡਬੈਕ ਹੁੰਦਾ ਹੈ। ਮਤਲਬ ਮੁਸ਼ਾਇਰੇ ਦੇ ਵਿੱਚ ਕੋਈ ਗਜ਼ਲ ਪੜ੍ਹੀ, ਉੱਥੇ ਲੋਕਾਂ ਨੇ ਬੜੀ ਦਾਦ ਦਿੱਤੀ ਤੇ ਹਾਂ ਸੋਚਣਾ ਇਹ ਗਜ਼ਲ ਕਾਮਯਾਬ ਗਈ। ਕਈ ਉਹਦੇ ਤੇ ਕੰਨ ਹੀ ਨਹੀਂ ਹਿਲਾਉਂਦੇ, ਸੁਣ ਛੱਡਦੇ ਆ, ਵਾਵਾ ਵੀ ਨਹੀਂ ਹੁੰਦੀ। ਤਾਂ ਪਤਾ ਲੱਗਦਾ ਕਿ ਇਹ ਸ਼ੇਰ ਯਾਦ ਇਹਨਾਂ 'ਚ ਕੋਈ ਕਮੀ ਹੈ ਤੇ ਜਾਂ ਫਿਰ ਉਹਨਾਂ ਨੂੰ ਉਹ ਪਸੰਦ ਨਹੀਂ ਆ, ਉਹ ਵੱਖਰੀ ਗੱਲ ਹੈ। ਮੈਂ ਇੱਕ ਦੋ ਗਜ਼ਲਾਂ ਤੁਹਾਡੀ ਖਿਦਮਤ 'ਚ ਪੇਸ਼ ਕਰਦਾ। ਕਾਕਾ ਉਹ ਮੇਰੀ ਬਿਆਸ ਪਈ ਉਹ ਦੇ ਕਿਉਂਕਿ ਉਮਰ ਦੇ ਹਿਸਾਬ ਨਾਲ ਹੁਣ ਹਾਫਜ਼ਾ ਜਿਹੜਾ ਨਾ ਉਹ ਵੀ ਥੋੜੀ ਮਦਦ ਮੰਗਦਾ ਹੈ, ਵਰਨਾ ਤੇ ਮੈਨੂੰ ਜ਼ੁਬਾਨੀ ਯਾਦ ਕਿ ਉਹ ਛੋਟੀ ਜਿਹੀ ਸਭ ਤੋਂ तो वैसे तो याद ने किसी भी गज़ल ਨੂੰ ਆਪਣੇ ਨੂੰ ਸ਼ੇਰ ਯਾਦ ਆ ਜਾਏਗਾ ਤੇ ਆ ਜਾਂਦੇ, ਲੇਕਿਨ ਭੁੱਲ ਜਾਂਦੇ ਆ। ਲਿਖਿਆ ਸਾਰਾ ਜੀ ਉਰਦੂ 'ਚ ਹੀ ਆ? ਉਰਦੂ 'ਚ ਕਿਉਂਕਿ ਮੈਂ ਸਾਡੀ ਤਾਲੀਮ ਹੀ ਉਰਦੂ ਦੀ ਹੋਈ ਹੈ ਤੇ ਫਿਰ ਇਹ ਹੋਈ ਹੈ ਕਿ ਉਰਦੂ 'ਚ ਲਿਖਣਾ ਪੈਂਦਾ ਸੀ। ਤੋ अब देखो, मैं ਹੁਣ ਤੁਸੀਂ ਕਿਹਾ ਤੇ ਇਹ ਆਈ ਗਜ਼ਲ ਪਹਿਲੀ ਬੜੀ ਇਹ ਵੀ ਮਕਬੂਲ ਹੋਈ ਸੀ। ਹਾਂਜੀ, ਦੋ ਮਿੰਟ ਜੀ, ਇਹ ਤਾਂ ਸਾਰੀ ਇਹ ਜੀ ਬਾਬਾ ਜੀ ਨੇ ਸਾਰਾ ਨਾ ਉਰਦੂ 'ਚ ਹੀ ਸਾਰਾ ਕੁਝ ਲਿਖਿਆ ਆ। ਗਜ਼ਲ ਦੀ ਮੈਂ ਜਿਹੜਾ ਮਤਲਬ ਹੈ ਉਹ ਹਮਦ ਦੇ ਸ਼ੇਰ ਤੋਂ ਕੀਤਾ। ਹਮਦ ਹੁੰਦਾ ਖੁਦਾ ਦੀ ਜ਼ਾਤ ਜੇ ਸ਼ਾਨ ਜੇ ਕੁਝ ਸ਼ੇਰ ਕਹਿਣਾ, ਤੇ ਬਾਕੀ ਗਜ਼ਲ ਦੇ ਸ਼ੇਰ ਨੇ। ਤੇ ਤੁਸੀਂ ਮੁਲਾਜ਼ਾ ਕਰੋ कि अर्ज़ कीता है कि जिसको अल्लाह की हस्ती पे यकीन हो जाए, जिसको
अल्लाह की हस्ती पे यकीन हो जाए, ऐन मुमकिन है कि पत्थर से नगी हो जाए, ऐन मुमकिन है कि पत्थर से नगी हो जाए, और वो मेरे दीदाओ दिल के जो करी हो जाए, करीना मतलब नज़दीक, वो मेरे दीदाओ दिल के जो करी हो जाए, जिंदगी और हंसी हो जाए, जिंदगी और हंसी हो जाए। और शेर है कि आए मेरे ख्वाब की ताबीर मेरी जाने गज़ल, ऐ मेरे ख्वाब की ताबीर मेरी जाने गज़ल, सामने आ के हकीकत का यकीन हो जाए, सामने आ के हकीकत का यकीन हो जाए। और शेर है, इस शेर ते मनु अक्सर लोग दाद देंदे है कि हम किसी और को तकते ही नहीं है वरना, खालिस गज़ल का शेर है कि हम किसी और को तकते ही नहीं है वरना, एक नज़र देख लें जिसको वो हंसी हो जाए, एक नज़र देख लें जिसको वो हंसी हो जाए। और शेर है, देखिए मार्फत के काबा हो दैरो कलीसा से नहीं कुछ मतलब। काबा कहते मुसलमाना का जड़ा खास काबा शरीफ है मक्का जे, वो उन्होंने सब तो बड़ा। दूसरा दैर मंदिर नूं कहंदे, कलीसा गुरुद्वारे नूं, गिरजा घर नूं कहंदे। काबा ओ दैरो कलीसा से नहीं कुछ मतलब। मैं सैकुलर बंदा वा, इस करके मनु इन्हां चीज़ां नाल कोई मतलब नहीं है, मनु रब नाल जरूर मतलब है। शेर नूं जरा गौर करदा कि काबा ओ दैरो कलीसा से नहीं कुछ मतलब, तेरे दीदार से मतलब है कहीं हो जाए, तेरे दीदार से मतलब है कहीं हो जाए। और शेर है कि कौन सच्चा है, ज़ुबान का शेर तुहानूं सुना रहा, कौन सच्चा है या झूठा है मोहब्बत में नदीम, दोस्त नूं कहंदे नदीम, कौन सच्चा है या झूठा है मोहब्बत में नदीम, फैसला क्यों ना इसी वक्त यही हो जाए, फैसला क्यों ना इसी वक्त यही हो जाए। और शेर अर्ज करदा, मुलाजा कीजिए कि ताबे नज़ारा नहीं, देखने की मनु जरूरत नहीं है, फिर भी ताबे नज़ारा नहीं, फिर भी तमन्ना है यही, फिर भी यही हसरत है, यही तमन्ना है। ताबे नज़ारा नहीं फिर भी तमन्ना है यही, जलवा अफरोज कोई पर्दा नशी हो जाए, जलवा अफरोज कोई पर्दा नशी हो जाए। मेरा ख्याल है इन्हीं को उर्दू तो तुसी समझ ही जानते हो, मैं हर शेर की वजाहत कर लगांगा तो देर लगेगी। और शेर देखो कि खामशी शर्त सही आप मगर कुछ तो कहें, खामोशी का मुखफ़्फ़फ़ खामशी, खामशी शर्त सही, नहीं बोलते ना बोलो कोई गल नहीं है, चुप रहो सानू कोई फर्क नहीं पैंदा, लेकिन खामशी शर्त सही आप मगर कुछ तो कहें, हाँ नहीं मुंह से निकलती तो नहीं हो जाए, हाँ नहीं मुंह से निकलती तो नहीं हो जाए। और तू कदम रख दे जहाँ तेरी तजल्ली के तुफैल, तू कदम रख दे जहाँ तेरी तजल्ली के तुफैल, ये ज़मीं चांद सितारों से हंसी हो जाए, ये ज़मीं चांद सितारों से हंसी हो जाए। और तू जो आ जाए मेरे पास मेरी जाने वफा, तू जो आ जाए मेरे पास मेरी जाने वफा, सुर्ख रू गम से मेरी जाने हज़ी हो जाए, सुर्ख रू गम से मेरी जाने हज़ी हो जाए। और ये शेर देखो कि जिस ज़मीन ने तेरे कदमों को दिया हो बोसा, मतलब जहाँ तू पैर रखे ज़मीन उसको चूमती है, जिस ज़मीन ने तेरे कदमों को दिया हो बोसा, क्यों ना वो गैरते फिरदौसे बरी हो जाए, क्यों ना वो गैरते फिरदौसे बरी हो जाए। और मक्ता है, मक्ता गज़ल के आखिरी शेर नूं कहंदे जिहदे जे शायर अपना तखल्लुस दर्ज करदा है, ये मक्ता है कि तेरे अशआर से है रश्क
मेरा तखल्लुस है रश्क। तेरे अशार से है रश्क मुहब्बत है अय्या। पता लगता है कि मोहब्बत का कोई जरूर है। तेरे अशार से है रश्क मोहब्बत है आया, तुझको सौदाए मोहब्बत न कहीं हो जाए। कि सौदाई ना हो जाए इसमें तुझको सौदाए मोहब्बत न कहीं हो जाए, और हम किसी और को तकते ही नहीं हैं, वरना एक नज़र देख लें जिसको वो हंसी हो जाए। अच्छा बाबा जी, हाँ जी, एक पार्टीशन ਤੇ ਜੇ ਥੋੜੀ ਜਿਹੀ ਉਹ ਹੈਗਾ ਸਾਨੂੰ ਉਹ ਜ਼ਰੂਰ ਦੋ ਸ਼ੇਰ ਜਿਹੜੇ ਉਹ ਜ਼ਰੂਰ ਦੱਸਿਓ ਬਈ। ਮੌਜ਼ੂਆਤੀ शेर जड़े वो तो हुण ब्यासां जो लभणगे लिखे ते मैं होए ने, लेकिन एक शेर जो मेरी जबान ते इस वेले वो मैं तुहानू सुना देना कि सरहद की एक लकीर जुदा कर गई जिसे, सरहद की एक लकीर जुदा कर गई जिसे, मेरा ही हम वतन वो मेरा हम जुबान था। जिन्ना पाकिस्तान के लोग ने इन्हों सिर्फ एक वाघा की बार्डर ही है तकसीम करता, और साडी जबान इको है, साडा वतन हिंदुस्तान पहला सी, ये एक सी, ते हुण ये तकसीम जड़ी है ये ठीक है। उन्हों का मतलब रिलीजन के बिना तो मजहब की तश्कील दी की वतन की उन्हों का मसला है, लेकिन दिली तौर पर उधर के लोग इदां लोगों लिए तरसते हैं मिलन नूं, क्योंकि साडा कोई फर्क नहीं लिबास का, खान का, पीन का, पसंद का, नापसंद का, रहन का, बहन का, मिलन का, जुलन का, हर चीज़ एक है एक्सैप्ट मजहब दे। और मजहब जड़े वो इंदी वड्डी दीवार ना बन दी जाए कि तुहानू मिलनी ना दे। बिल्कुल मेरा तो हो कहना। अच्छा बाबा जी, ਹੁਣ ਤੁਹਾਡੇ ਤੋਂ ਲਾਸਟ ਵਿੱਚ ਇੱਕ ਪੁੱਛਦੇ ਆ ਅਖੀਰ 'ਚ ਹਾਂਜੀ ਵੀ ਜਿਹੜਾ ਸਮਾਂ ਆ ਨਾ ਹਾਂਜੀ ਤੁਹਾਨੂੰ ਆ ਜਿਹੜਾ ਚੱਲਦਾ ਇਹ ਵਧੀਆ ਲੱਗਦਾ ਕਿ ਤੁਹਾਡਾ ਪੁਰਾਣਾ ਸਮਾਂ ਜਿਹੜਾ ਸੀਗਾ ਉਹ ਵਧੀਆ? ਦੇਖੋ ਇੱਕ ਕਹਾਵਤ ਹੈ ਬਰਖੁਰਦਾਰ, ਤੁਸੀਂ ਮੇਰੇ ਤੋਂ ਕਾਫੀ ਛੋਟੇ ਹੋ ਇਸ ਕਰਕੇ ਮੈਂ ਲਫ਼ਜ਼ ਬਰਖੁਰਦਾਰ ਇਸਤੇਮਾਲ ਕਰ ਰਿਹਾ, ਔਰ ਇਹ ਪ੍ਰੀ ਪਾਰਟੀਸ਼ਨ ਬੜਾ ਆਮ ਲਫ਼ਜ਼ ਇਸਤੇਮਾਲ ਹੁੰਦਾ ਸੀ, ਹਰ ਬਜ਼ੁਰਗ ਛੋਟੇ ਬਰਖੁਰਦਾਰ ਕਹਿ ਕੇ ਬੁਲਾਉਂਦਾ ਸੀ। ਕਿ ਅਰਜ਼ ਇਹ ਹੈ ਕਿ हमेशा वक्त जड़ा गुजर गया होंदा है ना, वो आने वाले वक्त नालों किते चंगा ही मनिया जाता। क्यों चंगा मनिया जाता है? अगर मैं होंदे नाल कदरां कीमतां दा वेखां लेखा जोखा करदा, किते भी मनु पलड़ा जड़ा होने वाले जमाना है हाल दा पलड़ा ना, ये जमाना है माजी तो बहुत हल्का नजर। इस करके मेरी नज़र दे विच मैं तो बल्कि दुआ मंगदा खुदा किते वो पुराना जमाना आ जाए। क्या दिन सी वो यार, प्यार सी बंदियां दे विच, मुहब्बत, प्यार, खलूस, मुरव्वत, ये सारियां चीज़ां उस वेले दियां ये गुण मन्ने जाते सी बंदे। हुण ओहो जिहियां चीज़ां दा फुकदान है ने। ऐसी नहीं गल, कदी भी सच्चाई ते ये जड़ा भाईचारा ये मरदा नहीं है, लेकिन घटदा जरूर है कि तुहाडे किरदार नाल। मैनूं अज तक मैं कदों दी चौथी जमात पास की होएगी, बाहर वो दूजी तीजी रायब दे स्कूल जो, लेकिन मास्टर गुलाम हैदर, मास्टर मुहम्मद अली, मास्टर गंडामल, ये 3 मास्टर सी जिन्हां कोलों मैं पढ़िया। गंडामल तो मेरे फादर सन, मैनूं खुद पढ़ाते रहे ने वो, ते लेकिन मैनूं पढ़ाते पढ़ाते जदों मैं गलत लिखदा सी ते मेरा कंन मरोड़ दिंदे सी, गुस्से होंदे सी। ये सही उस्ताद की पहचान है। तो मास्टर गुलाम हैदर कभी ये लिहाज नहीं सी करता कि मेरे कुलीग का बेटा है जे बाकियां दा, लेकिन ये भी गल नाल सी मैं उर्दू च बहुत खुशखत लिखदा सी। मेरी तख्ती दे उत्ते इबारत जदों लिखांदे सी, पता उस वेले किस तरह के कागज़ हुंदे, तख्ती हुंदी सी फट्टी आ जड़ी लकड़ी दी, ਉਹਦੇ ਤੇ कलम नाल काने दी कलम नाल ला काली स्याही दे विच दवार जो डोब डोब के ते लिखदे सी इबारत। वो इबारत जदों खुशखत लिखी हुंदी इंज आपदा मोती परोए दिया ते मास्टर मुहम्मद अली ने मनीटर नूं कहना सारी जमात नूं आ तख्ती दिखा, उर्दू इंज लिखी दी है। हाँ जी, ये हुंदा वा उर्दू किते उत्ते फिर लिखना पेंसिल नाल आफरी आफरी, मतलब शाबाश शाबाश। मैनू वो पेंसिल दे ओदे जेडे रिमार्क्स दिते दे अज तक याद ने। वो जमाना मैं किस तरह भुल सकदा। सो माजी हमेशा जड़ा है वो हाल तो
ਅੱਛਾ ਦਿੰਦਾ। ਹੁਣ ਜਿਹੜਾ ਤੁਹਾਡਾ ਪਿੰਡ ਜਿੱਥੋਂ ਤੁਹਾਡੇ ਉੱਠ ਕੇ ਤੁਸੀਂ ਆਏ ਨਾ, ਹਾਂਜੀ, ਜਿਹੜੇ ਨਾਨਕਿਆਂ ਦਾ ਪਿੰਡ ਸੀਗਾ ਜਾਂ ਨਾਰੋਵਾਲ ਸੀਗਾ ਨਾ, ਉਹ ਜਿੱਥੇ ਉਹਨਾਂ ਦੇ ਲੋਕਲ ਵਸਿੰਦੇ ਆ ਉਹਨਾਂ ਨੂੰ ਸੁਨੇਹਾ ਜ਼ਰੂਰ ਲਾਓ ਇੱਕ। ਦੇਖੋ ਮੇਰੇ ਨਾਨਕਿਆਂ ਦੀ ਗੱਲ ਨਾ ਕਰੋ, ਨਾਨਕੇ ਤੇ ਮੇਰੇ ਜਿਸ ਤਰ੍ਹਾਂ ਦਾਦਕਿਆਂ ਦਾ ਪਿੰਡ ਮਛਾਣਾ ਬੜਾ ਛੋਟਾ ਸੀ ਨਾ, ਹਾਂਜੀ, ਨਾਨਕੇ ਮੇਰੇ ਉਸੇ ਹੀ ਲਾਈਨ ਤੇ, ਲਾਹੌਰ ਵਾਲੀ ਲਾਈਨ ਤੇ ਮਹਿਤਾ ਸੁਜਾ ਇੱਕ ਸਟੇਸ਼ਨ ਆਉਂਦਾ, ਉਹਦੇ ਲਾਗੇ ਪਿੰਡ ਸੀ, ਉਹਨੂੰ ਕਹਿੰਦੇ ਸੀ ਲੱਦੜ। ਹਾਂਜੀ, ਉਹ ਲੱਦੜ ਪਿੰਡ ਸੀ ਤੇ ਉੱਥੇ ਸਾਡੀ ਮਦਰ ਉੱਥੋਂ ਦੇ ਸਨ। ਜਿਹੜੇ ਦਾਦਕੇ ਜਿੱਥੋਂ ਪਿੰਡ ਦਾਦਕੇ ਮਛਾਣਾ ਹੈ। ਹਾਂਜੀ, ਤੇ ਲੇਕਿਨ ਮੈਂ ਤੁਹਾਨੂੰ ਦੱਸਦਾ ਵੀ ਸਾਡੇ ਦਾਦਕੇ ਜਿਹੜੇ ਆ ਉਹ ਜ਼ਿਆਦਾਤਰ ਫਿਰ ਨਾਰੋਵਾਲ ਅਸੀਂ ਹੈੱਡਕੁਆਟਰ ਬਣਾਇਆ ਦਾ ਸੀ ਜੀ, ਤੇ ਨਾਰੋਵਾਲ ਦੇ ਲੋਕੀ ਪੜ੍ਹੇ ਲਿਖੇ ਨੇ, ਸਾਫ ਨੇ। ਮੈਂ ਉਹਨਾਂ ਨਾਲ ਇਹੋ ਹੀ ਗੁਜ਼ਾਰਿਸ਼ ਕਰਾਂਗਾ ਕਿ ਯਾਰ ਅਸੀਂ ਕੋਈ ਦੋ ਨਹੀਂ ਆ, ਅਸੀਂ ਇੱਕੋ ਹੀ ਆ। ਖੁਦਾ ਕਰੇ ਕਿ ਜਿਹੜੀਆਂ ਸਰਹੱਦੀਆਂ ਲਕੀਰਾਂ ਨੇ ਇਹ ਵਸੀਆਂ ਨੇ, ਵਸੀਆਂ ਰਹਿੰਦੇ, ਸਾਨੂੰ ਕੋਈ ਇਤਰਾਜ਼ ਨਹੀਂ। ਜੋ ਹੋਣਾ ਸੀ ਹੁਣ ਹੋ ਗਿਆ। 70 ਸਾਲ 80 ਸਾਲ ਮੁਲਕ ਤਕਸੀਮ ਹੋ ਗਿਆ, ਅਸੀਂ ਮੰਨ ਲਿਆ, ਤੁਸੀਂ ਮੰਨ ਲਿਆ, ਮੀਨਾਰੇ ਪਾਕਿਸਤਾਨ ਖੜਾ ਹੋ ਗਿਆ, ਸਭ ਕੁਝ ਹੋ ਗਿਆ। ਲੇਕਿਨ ਹੁਣ ਕਮ ਸੇ ਕਮ ਅਸੀਂ ਲੋਕਾਂ ਦੀ ਇੱਕ ਦੂਜੇ ਨੂੰ ਮਿਲਣ ਦੀ ਸਾਨੂੰ ਨਾ ਇਜਾਜ਼ਤ ਹੋਣੀ ਚਾਹੀਦੀ ਹੈ ਕਿ ਤੂੰ ਪਾਸਪੋਰਟ ਬਣਵਾ ਲਓ, ਜਿਸ ਤਰ੍ਹਾਂ ਬੜੀ ਹੱਦ ਹੈ। ਪਰ ਇਹ ਨਹੀਂ ਹੈ ਕਿ ਉਹਦੇ ਲਈ ਵੀਜ਼ਾ ਲਵਾਓ, ਉਹਦੇ ਜਿਹਦੇ ਪਾਸਪੋਰਟ ਦਿਖਾਓ ਤੇ ਜਾਓ, ਯਾਰਾਂ ਦੋਸਤਾਂ ਨੂੰ ਮਿਲੋ। ਹੁਣ ਕਿੰਨੀ ਕੁ ਦੂਰ ਹੈ ਇੱਥੋਂ ਫਤਿਹਗੜ੍ਹ ਚੂੜੀਆਂ ਤੋਂ ਨਾਰੋਵਾਲ। ਮੈਂ ਬੱਚੇ ਨਾਲ ਗੱਲ ਕਰ ਰਿਹਾ ਸੀ, ਉਤਰ ਅਸੀਂ ਦੋਵੇਂ ਦਾਦਾ ਪੋਤਾ ਇੱਥੋਂ ਨਿਕਲੀਏ ਨਾ ਤੇ ਫਿਰ ਤੁਰ ਕੇ ਨਾਰੋਵਾਲ ਤੇ ਸ਼ਾਮੀ ਘਰ ਫਤਿਹਗੜ੍ਹ ਆ ਸਕਦੇ ਹਾਂ। ਲੇਕਿਨ ਸਾਨੂੰ ਜਾਣ ਨਹੀਂ ਦੇਣਾ ਕਿਸੇ ਨੇ। ਹਾਲਾਂਕਿ ਹੁਣ ਤੇ ਉਹ ਕਾਰੀਡੋਰ ਜਿਹੜਾ ਖੁੱਲਿਆ ਵਾ ਕਰਤਾਰਪੁਰ ਸਾਹਿਬ ਦਾ, ਕਰਤਾਰਪੁਰ ਸਾਹਿਬ ਦਾ ਕਾਰੀਡੋਰ ਤੋਂ ਵੀ ਅਸੀਂ ਜਾ ਕੇ ਅੱਗੇ ਨਾਰੋਵਾਲ ਨਹੀਂ ਜਾ ਸਕਦੇ। ਇਹ ਕੋਈ ਗਲਤ ਨਹੀਂ, ਕਿਉਂਕਿ ਉੱਥੇ ਉਹ ਜਿਹੜੀ ਬਾਉਂਡਰੀ ਬਣੀ ਉਹਦੇ ਅੰਦਰ ਹੀ ਰਹਿੰਦੇ ਆ। ਬਸ ਉਹ ਉੱਥੇ ਕੈਦ ਕਰਕੇ ਰੱਖ ਦਿੱਤਾ। ਠੀਕ ਹੈ ਵੀ ਇਹ ਗੁਰਦੁਆਰੇ ਨੂੰ ਮੱਥਾ ਟੇਕ ਲਿਆ, ਸਭ ਕੁਝ ਕਰ ਲਿਆ, ਲੇਕਿਨ ਉਸ ਤੋਂ ਵੀ ਸਾਨੂੰ ਹੋਰ ਵੀ ਲੁਤਫ ਹੋਏ ਕਿ ਜੇ ਸਾਨੂੰ ਸ਼ਹਿਰ ਦੇ ਵਿੱਚ ਜਾਣ ਦੇਣ, ਜਿਹੜੀ ਜੰਮਣ ਭੋਏ ਬੰਦਾ ਦੇਖ ਲਏ, ਉੱਥੇ ਦੇਖ ਸਕੇ। ਕੋਈ ਮੇਰਾ ਖਿਆਲ ਐਸਾ ਇਨਸਾਨ ਨਹੀਂ ਹੋਏਗਾ ਜਿਹੜਾ ਜਿੱਥੋਂ ਦਾ ਰਹਿਣ ਵਾਲਾ ਹੈ, ਉਹ ਭਾਵੇਂ ਲੰਡਨ ਚਲਾ ਜਾਏ, ਅਮਰੀਕਾ ਚਲੇ ਜਾਏ, ਉਹ ਫਿਰ ਵੀ ਉਹਨੂੰ ਆਪਣੇ ਪਿੰਡ ਦੀਆਂ ਗਲੀਆਂ ਕੂਚੇ, ਉਹ ਹੱਟੀਆਂ, ਉਹ ਖਾਣ ਵਾਲੀਆਂ ਚੀਜ਼ਾਂ, ਉਹ ਪੀਣ ਵਾਲੇ, ਉਹ ਸਾਰੇ ਯਾਦ ਆਉਂਦੇ ਨੇ। ਉਹ ਭੁੱਲ ਨਹੀਂ ਸਕਦਾ ਆਦਮੀ, ਕਦੀ ਆਪਣੇ ਮਾਜ਼ੀ ਤੋਂ ਵਿਛੜ ਨਹੀਂ ਸਕਦਾ। ਬਾਕੀ ਇਹ ਤੇ ਜਿਹੜੀਆਂ ਆਰਜ਼ੀ ਨੇ, ਜਿਹੜੀਆਂ ਤੱਕ ਸਹੀ ਆ। ਤੇ ਉਹ ਪਿੰਡ ਜਿਹੜਾ ਤੁਹਾਡਾ ਸੀਗਾ ਦਾਦਕਿਆਂ, ਉਹ ਪਿੰਡ ਦੇਖਣ ਦੀ ਚਾਹ ਹੈ ਤੁਹਾਨੂੰ? ਮੈਨੂੰ ਤੁਸੀਂ ਹੁਣ ਕਹੋ ਨਾ, ਇੰਨੀ ਕੁ ਚਾਹ ਹੈ ਕਿ ਮੈਂ ਆਪਣੇ ਬੱਚਿਆਂ ਦਾ ਜ਼ਿਕਰ ਕਰ ਚੁੱਕਿਆ, ਜਾਂ ਕੋਈ ਮੇਰੇ ਦੋਸਤ ਨੇ ਜਿਹੜੇ ਮੇਰੀ ਉਮਰ ਦੇ, ਕਹਿੰਦੇ ਯਾਰ ਹੁਣ ਤੇਰੇ ਕੋਲ ਪਰਮਾਤਮਾ ਦਾ ਦਿੱਤਾ ਸਭ ਕੁਝ ਹੈ, ਬੱਚੇ ਵੀ ਨੇ, ਬੱਚਿਆਂ ਦੇ ਬੱਚੇ ਵੀ ਨੇ, ਆਪਣੇ ਅੱਛੇ ਖਾਂਦੇ ਪੀਂਦੇ ਨੇ, ਅੱਛੀਆਂ ਪੋਸਟਾਂ 'ਤੇ ਵੀ ਨੇ। ਕੋਈ ਤੇਰੀ ਐਸੀ ਖਾਹਿਸ਼ ਉਹਨੂੰ ਉਮਰ ਦੇ ਹਿਸਾਬ ਨਾਲ ਹੁੰਦਾ ਹੀ ਹੈ ਨਾ ਵੀ ਕੋਈ ਰਹਿ ਗਈ ਜਿਹਦੀ ਤਕਮੀਲ ਨਹੀਂ ਹੋਈ। ਤੇ ਮੈਂ ਤਾਂ ਇਹੋ ਹੀ ਕਹਿੰਦਾ ਕਿ ਯਾਰ ਲੋਕੀ ਕਹਿੰਦੇ ਨੇ ਵੀ ਪਰਮਾਤਮਾ ਦੇ ਦਰਸ਼ਨ ਹੋ ਜਾਣ, ਫਲਾਣ ਹੋ ਜਾਣ। ਮੈਂ ਕਹਿੰਦਾ ਪਰਮਾਤਮਾ ਨੇ ਤਾਂ ਲਿਆ ਹੀ ਜਾਣਾ, ਸਾਨੂੰ ਪਤਾ ਹੈ, ਪਰ ਸਾਡੀ ਇੱਕ ਖਾਸ ਜ਼ਰੂਰ ਹੈ ਕਿ ਯਾਰ ਉਹ ਗਲੀਆਂ, ਉਹ ਕੂਚੇ, ਉਹ ਦੁਕਾਨਾਂ, ਉਹ ਉੱਥੋਂ ਦੀਆਂ ਮਠਿਆਈਆਂ, ਉਹ ਗੰਜ ਮੰਡੀ, ਉੱਥੇ ਦੇ ਉਹ ਟੱਲੀਆਂ ਵੱਜਦੀਆਂ, ਮੱਝਾਂ ਦੇ ਗਲਾਂ 'ਚ ਤੇ ਉਹ ਘੁੰਗਰੂ ਖੜਕਦੇ, ਉਹ ਢੋਲ ਵੱਜਦੇ, ਵਿਸਾਖੀ ਦੇ ਭੰਗੜੇ, ਕੀ ਦੱਸਾਂ ਕਿ ਸਾਰੇ ਬਿਲਕੁਲ ਯਾਦਾਂ ਉਸੇ ਤਰ੍ਹਾਂ ਹਰੀਆਂ ਭਰੀਆਂ ਨੇ ਦਿਮਾਗ 'ਚ ਕਿ ਮੌਕਾ ਮਿਲੇ ਤਾਂ ਫੌਰਨ ਜਾ ਕੇ ਦੇਖ ਕੇ ਤੇ ਫਿਰ ਵਾਪਸ। ਇਹ ਚੱਕਰ ਹੈ। ਤੇ ਚਲੋ ਠੀਕ ਆ ਜੀ, ਕੀਤੀਆਂ ਬਾਬਾ ਜੀ ਨਾਲ ਪੁਰਾਣੇ ਪਿੰਡ ਦੀਆਂ ਉਹਨਾਂ ਦੀਆਂ ਯਾਦਾਂ ਸਾਂਝੀਆਂ। ਤੇ ਜੇ ਤੁਹਾਨੂੰ ਵੀ ਲੱਗਦਾ ਵੀ ਤੁਹਾਡੇ ਵੀ ਕੋਈ ਗਲੀ ਗਵਾਂਢ, ਕੋਈ ਮੁਹੱਲੇ 'ਚ ਬਜ਼ੁਰਗ ਹੈਗਾ ਨਾ, ਤਾਂ ਉਹਦੀ ਵੀਡੀਓ ਸਾਡੇ ਚੈਨਲ ਧਰਤੀ ਦੇ ਪੰਜਾਬ 'ਤੇ ਆਉਣੀ ਚਾਹੀਦੀ ਆ, ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰਿਓ। ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਆਪਾਂ ਉਹਨਾਂ ਦੀ ਵੀਡੀਓ ਬਣਾ ਕੇ ਤਾਂ ਆਪਣੇ ਚੈਨਲ 'ਤੇ ਪਾਈਏ। ਤੇ ਗਾਂ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਵਿੱਚ। ਉਦੋਂ ਤੱਕ ਲਈ ਜੀ ਖੁਦਾ ਹਾਫਿਜ਼, ਰੱਬ ਰੱਖਾ। ਹਾਂਜੀ ਬਾਬਾ ਜੀ, ਹਾਂਜੀ ਚੱਕੋ ਮਾਂ ਨਾ ਦਿਓ ਮੁੰਡੇ ਨਾ, ਜ਼ਿਆਦਾ ਨਾ ਕਰਿਓ। ਅੱਛਾ, ਇਹ ਕਿਹਨਾਂ ਨੇ ਬਣਾਇਆ ਸੀ ਜੀ? ਇਹ ਮੇਰੇ ਵੱਡੇ ਬ੍ਰਦਰ ਸੀ ਜੀ। ਅੱਛਾ ਜੀ। ਤੇ ਉਹ ਇਹ ਦੋ ਰੱਖਦੇ ਆ, ਉਹ ਇਹ ਦੋ ਬਣਾਈਆਂ ਸੀ, ਜੋੜੀ ਸੀ। ਇਹ ਦੋਵਾਂ ਹੱਥਾਂ 'ਚ ਇਸ ਤਰ੍ਹਾਂ ਲੈ ਕੇ ਤੇ ਇਹਨਾਂ ਨੂੰ ਉੱਤੋਂ ਦੀ ਉਹ ਵੱਲ ਦਿੰਦੇ ਰਹਿਣਾ 50 ਵਾਰੀ 100 ਵਾਰੀ। ਵਰਜਿਸ਼ ਕਰਦੇ ਸੀਗੇ ਨਾ। ਤਾਂ ਇੱਧਰ ਕਿਉਂਕਿ ਜਿਹੜੇ ਦੱਸਦੇ ਵੀ ਸਿਆਲਕੋਟੀ ਨਾਰੋ ਵਾਲੀ ਹੈ ਨਾ, ਤਾਂ ਸਰੀਰ ਨੂੰ ਬੜੇ ਰਿਸ਼ਟ ਪੋਸਟ ਰੱਖਦੇ ਹੁੰਦੇ ਸੀਗੇ ਨਾ ਜੀ, ਜਾਂ ਭਲਵਾਨ ਵੀ ਵਧੀਆ ਹੋਏ ਉਧਰਲੇ। ਜੀ
ਤੇ ਦੋਸਤੋ ਇਹ ਆ ਜੀ ਮੁਗਦਰ, ਜਿਹੜਾ ਬਜ਼ੁਰਗਾਂ ਨੇ ਹਜੇ ਵੀ ਸਾਂਭ ਕੇ ਰੱਖਿਆ ਹੋਇਆ। ਇਹਨੂੰ ਮੂੰਗਲੀ ਕਹਿੰਦੇ। ਇਹਨੂੰ ਮੂੰਗਲੀ ਕਹਿੰਦੇ ਜੀ? ਮੂੰਗਲੀ ਕਹਿੰਦੇ। ਮੁਗਦਰ ਗੋਲ ਹੁੰਦਾ ਹੈ। ਅੱਛਾ ਜੀ। ਤੇ ਉਹ ਭਾਰਾ ਹੁੰਦਾ, ਉਹਦਾ ਇੱਕੋ ਹੀ ਬਾਲਾ ਕੱਢਣਾ ਹੁੰਦਾ। ਅੱਛਾ ਜੀ। ਇਹ ਦੋਵੇਂ ਘੁਮਾਣੀਆਂ ਹੁੰਦੀਆਂ ਨੇ। ਠੀਕ ਆ ਜੀ।